ਮੱਛੀ ਸਾਗਰ ਸਮੁੰਦਰ ਦਰਿਆ ਵਿੱਚ ਤਰ ਸਕਦੀ ਹੈ, ਉਹਦੇ ਵਿੱਚ ਚੁੱਭੀਆਂ ਲਾ ਕੇ ਆਨੰਦ ਮਾਣ ਸਕਦੀ ਹੈ, ਪਰ ਕੋਈ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਮੱਛੀ। ਇੱਦਾਂ ਸਾਧ ਸੰਗਤ ਆਪਾਂ ਅੰਤ ਨਹੀਂ ਪਾ ਸਕਦੇ। ਤਾਈਓਂ ਪਾਤਸ਼ਾਹ ਨੇ ਵਡਿਆਈ ਵਿੱਚ ਕਿਹਾ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਹੇ ਵਾਹਿਗੁਰੂ, ਅਸੀਂ ਮੱਛੀ ਦੀ ਨਿਆਈ ਆ, ਤੁਸੀਂ ਦਰਿਆ ਦੀ ਨਿਆਈ, ਸਾਗਰ ਦੀ ਨਿਆਈ ਵਿਸ਼ਾਲ ਹੋ। ਵਾਹਿਗੁਰੂ, ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਜੈ ਜੈ ਦੇਖਾਂ ਤੈਂ ਤੈਂ ਤੂੰ ਹੀ, ਤੁਝ ਤੇ ਨਿਕਸੀ ਫੂਟ ਮਰਾਂ। ਹਾਂ, ਤੁਹਾਡੀ ਵਡਿਆਈ ਤੋਂ ਦੂਰ ਹੋ ਗਏ, ਅਸੀਂ ਸੰਸਾਰ ਦੇ ਮੋਹ ਮਾਇਆ ਜਾਲ ਵਿੱਚ ਫਸ ਕੇ ਮਰ ਜਾਵਾਂਗੇ, ਪਰ ਵਾਹਿਗੁਰੂ ਤੇਰਾ ਅੰਤ ਨਹੀਂ ਪਾ ਸਕਦੇ। ਇਸ ਲਈ ਨਦਰ ਕਰੋ, ਸਾਨੂੰ ਆਪਣੀ ਵਡਿਆਈ ਦੇ ਜਲ ਵਿੱਚ ਰੱਖੋ, ਸਾਨੂੰ ਮੋਹ ਮਾਇਆ ਦੇ ਜਾਲ ਤੋਂ ਬਚਾ ਕੇ ਆਪਣੀ ਵਡਿਆਈ ਦੇ ਜਲ ਵਿੱਚ ਰੱਖੋ, ਤਾਂ ਜੋ ਮੱਛੀ ਦਾ ਜੀਵਨ ਜਲ ਵਿੱਚ ਹੈ, ਅਸੀਂ ਤੁਹਾਡੀ ਵਡਿਆਈ ਰੂਪੀ ਜਲ ਵਿੱਚ ਆਪਣਾ ਜੀਵਨ ਬਸ਼ਰ ਕਰਕੇ ਸਮਾਂ ਸਫਲ ਕਰ ਸਕੀਏ, ਮੋਹ ਮਾਇਆ ਦੇ ਜਾਲ ਵਿੱਚ ਫਸ ਕੇ ਮਰ ਨਾ ਜਾਈਏ। ਜੈ ਜੈ ਦੇਖਾਂ ਤੈਂ ਤੈਂ ਤੂੰ ਹੀ, ਤੁਝ ਤੇ ਨਿਕਸੀ ਫੂਟ ਮਰਾਂ। ਇਸੇ ਲਈ ਹਰ ਰੋਜ਼ ਸਿੱਖ ਅੰਮ੍ਰਿਤ ਵੇਲੇ ਪੜ੍ਹਦਾ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੇ ਦੇਣ ਨ ਅੰਤ, ਅੰਤ ਨ ਵੇਖਣ ਸੁਣ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਤੇਰਾ ਅੰਤ ਨ ਪਾਰਾ ਵਾਰਿਆ। ਹੇ ਵਾਹਿਗੁਰੂ, ਹੇ ਗੁਰੂ ਰਾਮਦਾਸ ਸਾਹਿਬ, ਤੁਹਾਡਾ ਕੋਈ ਅੰਤ ਪਾਰਾਵਾਰ ਨਹੀਂ ਹੈ। ਫਿਰ ਵਡਿਆਈ ਕਰਨ ਦਾ ਲਾਭ ਕੀ ਹੈ? ਅਗਲੀ ਪੰਕਤੀ ਪੜ੍ਹਿਓ, ਉਹਦੇ ਵਿੱਚ ਬਾਬਾ ਸੱਤਾ ਬਲਵੰਡ ਜੀ ਲਿਖਦੇ, ਕਹਿੰਦੇ ਭਾਈ ਗੁਰੂ ਰਾਮਦਾਸ ਮਹਾਰਾਜ ਦੀਆਂ ਵਡਿਆਈਆਂ ਦਾ ਅੰਤ ਨਹੀਂ ਹੈ, ਪਰ ਵਡਿਆਈ ਕਰਨ ਦਾ ਲਾਭ ਸੁਣਿਓ। ਅਟਲ ਅਥਾਹ ਅਤੋਲ ਤੂੰ, ਤੇਰਾ ਅੰਤ ਨਾ ਭਾਰਾ ਵਾਰਿਆ। ਉਤੋਂ ਅਗਲੀ ਪੰਕਤੀ ਹੈ, ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਹੇ ਗੁਰੂ ਰਾਮਦਾਸ ਸਾਹਿਬ, ਜਿਨ੍ਹਾਂ ਨੇ ਤੈਨੂੰ ਭਾਉ ਕਰਕੇ ਪ੍ਰੇਮ ਕਰਕੇ ਸਿਮਰਿਆ, ਤੁਸੀਂ ਉਹਦਾ ਪਾਰ ਉਤਾਰਾ ਕਰ ਦਿੱਤਾ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿੱਚ ਸੁਰਤ ਜੋੜਿਓ। ਇੱਕ ਸਵਈਆ ਭੱਟ ਸਾਹਿਬਾਨਾਂ ਨੇ ਕਿਹਾ, ਕਹਿੰਦੇ ਜੇ ਕਿਸੇ ਨੂੰ ਮਨ ਵਿੱਚ ਬਹੁਤ ਕ੍ਰੋਧ ਆਉਂਦਾ ਹੋਵੇ, ਮਨ ਵਿੱਚ ਬਹੁਤ ਵਿਕਾਰ ਆਉਂਦੇ ਹੋਣ, ਭਾਈ ਉਹ ਮਨ ਵਿੱਚ ਧਿਆਨ ਧਰ ਕੇ ਕਵੇ, ਧੰਨ ਗੁਰੂ ਰਾਮਦਾਸ, ਧੰਨ ਗੁਰੂ। ਮਨ ਵਿੱਚ ਕਵੇ, ਉਹਦੇ ਮਨ ਦੇ ਵਿਕਾਰ ਮਿਟ ਜਾਣਗੇ। ਅੱਛਾ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਕਿਸੇ ਡਾਕਟਰ ਕੋਲ ਕੋਈ ਜਾ ਕੇ ਕਵੇ, ਜੀ ਮੈਨੂੰ ਕ੍ਰੋਧ ਬਹੁਤ ਆਉਂਦਾ, ਮੈਨੂੰ ਗੁੱਸਾ ਬਹੁਤ ਆਉਂਦਾ ਹੈ ਜੀ, ਇਹਦੀ ਕੋਈ ਦਵਾਈ ਦਿਓ। ਕਿਸੇ ਡਾਕਟਰ ਕੋਲ ਕ੍ਰੋਧ ਦੀ ਕੋਈ ਦਵਾਈ ਨਹੀਂ ਹੈ। ਉਹ ਕਹੇਗਾ ਤੁਹਾਡੇ ਕੋਲੈਸਟਰੋਲ ਵਧੇ ਹੋਣਗੇ, ਟੈਸਟ ਕਰਾਓ, ਤੁਹਾਡਾ BP ਵੱਧਦਾ ਹੋਣਾ, ਬਲੱਡ ਪ੍ਰੈਸ਼ਰ ਚੈੱਕ ਕਰੇਗਾ, ਕੋਈ ਨੀਂਦ ਦੀ ਗੋਲੀ ਦੇ ਸਕਦਾ ਹੈ। ਅਦਰਵਾਈਜ਼ ਡਾਕਟਰ ਕੋਲ ਕ੍ਰੋਧ ਦੀ, ਗੁੱਸੇ ਦੀ ਕੋਈ ਦਵਾਈ ਨਹੀਂ। ਔਰ ਪਾਤਸ਼ਾਹ ਦੀ ਬਾਣੀ ਵਿੱਚ ਭੱਟ ਸਾਹਿਬਾਨਾਂ ਕਿਹਾ, ਦੁਨੀਆ ਦੇ ਲੋਕੋ ਜਿਹਦਾ ਕ੍ਰੋਧ ਨਾ ਮਿਟਦਾ ਹੋਵੇ, ਜਿਹਦੇ ਮਨ ਦੇ ਵਿਕਾਰ ਨਾ ਮਿਟਦੇ ਹੋਣ, ਉਹ ਮਨ ਵਿੱਚ ਧਿਆਨ ਧਰ ਕੇ ਕਵੇ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਸਾਧ ਸੰਗਤ, ਜਦੋਂ ਵੀ ਮਨ ਵਿੱਚ ਕੋਈ ਮਾੜਾ ਖਿਆਲ ਆਵੇ, ਉਦੋਂ ਸਿੱਖ ਧਿਆਨ ਧਰ ਕੇ ਕਹਿ ਦੇਵੇ, ਧੰਨ ਗੁਰੂ ਰਾਮਦਾਸ। ਵਿਸ਼ਵਾਸ ਰੱਖਿਓ, ਉਹ ਖਿਆਲ ਮਿਟ ਜਾਣਗੇ। ਮਨ ਵਿੱਚ ਕ੍ਰੋਧ ਆਵੇ, ਉਹ ਮਨ ਵਿੱਚ ਧਿਆਨ ਧਰ ਕੇ ਕਵੇ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਉਹਦੇ ਮਨ ਦੇ ਕ੍ਰੋਧ ਮਿਟ ਜਾਏਗਾ। ਇਹ ਲਿਖ ਕੇ ਦਿੱਤਾ ਹੋਇਆ ਬਾਣੀ 'ਚ। ਸਵਈਆ ਪੜ੍ਹੋ, ਤੁਹਾਨੂੰ ਪੰਕਤੀ ਯਾਦ ਹੋਏਗੀ। ਉਹਦੇ ਵਿੱਚ ਭੱਟ ਕਹਿੰਦੇ ਨੇ, ਮਨਸਾ ਕਰ ਸਿਮਰੰਤ ਤੁਝੇ ਨਰ, ਕਾਮ ਕ੍ਰੋਧ ਮਿਟਿਓ ਜੋ ਤਿਣ। ਕਹਿੰਦੇ, ਹੇ ਗੁਰੂ ਰਾਮਦਾਸ ਮਹਾਰਾਜ, ਜਿਹਨੇ ਮਨ ਵਿੱਚ ਤੁਹਾਨੂੰ ਸਿਮਰਿਆ ਨਾ, ਤੁਸੀਂ ਉਹਦੇ ਮਨ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਸਭ ਮਿਟਾ ਕੇ ਰੱਖ ਦਿੱਤੇ। ਜਿਹਨੇ ਮਨ ਵਿੱਚ ਹੀ ਕਿਹਾ, ਧੰਨ ਗੁਰੂ ਰਾਮਦਾਸ। ਜੇ ਕੋਈ ਬਚਨਾ ਕਰਕੇ ਕਵੇ, ਤੁਰਦਿਆਂ ਫਿਰਦਿਆਂ ਘਰ ਵਿੱਚ ਕੰਮ ਕਾਰ ਕਰਦਿਆਂ ਰਸਨਾ ਤੋਂ ਜਪੀ ਜਾਵੇ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਕਹਿੰਦੇ ਉਹਨੂੰ ਕੀ ਮਿਲਦਾ? ਫਿਰ ਭੱਟ ਸਾਹਿਬਾਨਾਂ ਕਿਹਾ, ਭਾਈ ਜਿਹਦੇ ਘਰ ਵਿੱਚ ਦਲਿੱਦਰ ਹੋਵੇ,
ਗਰੀਬੀ ਹੋਵੇ, ਜਿਹਦੇ ਘਰ ਦੇ ਅੰਦਰ ਦੁੱਖ ਹੋਵੇ, ਰੋਗ ਹੋਵੇ, ਦਲਿੱਦਰ ਹੋਵੇ, ਗਰੀਬੀ ਹੋਵੇ, ਉਹ ਤੁਰਦਿਆਂ ਫਿਰਦਿਆਂ ਵਾਰ-ਵਾਰ ਜਪੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਉਹ ਬੰਦੇ ਦੇ ਦਲਿੱਦਰ ਮਿਟ ਜਾਂਦੇ। ਅਗਲੀ ਪੰਕਤੀ ਕਈ ਕਹਿੰਦੇ ਬਚਨ ਕਰਕੇ, ਪਹਿਲਾਂ ਮਨ ਕਰਕੇ, ਫਿਰ ਬਚਨ ਕਰਕੇ, ਤਿੰਨ ਤਰੀਕੇ ਨਾਲ, ਫਿਰ ਕਰਮ ਕਰਕੇ। ਮਨਸਾ ਕਰ ਸਿਮਰੰਤ ਤੁਝੇ ਨਰ, ਕਾਮ ਕ੍ਰੋਧ ਮਿਟਿਓ ਜੋ ਤਿਣ, ਵਾਚਾ ਕਰ ਸਿਮਰੰਤ ਤੁਝੇ ਤਿਨ। ਵਾਚਾ ਦਾ ਅਰਥ ਹੈ ਬਚਨਾਂ ਕਰਕੇ, ਜ਼ੁਬਾਨ ਕਰਕੇ, ਬਚਨਾਂ ਕਰਕੇ ਬੋਲ ਕੇ ਜਪੇ। ਵਾਚਾ ਕਰ ਸਿਮਰੰਤ ਤੁਝੇ ਤਿਨ, ਦੁੱਖ ਦਰਿਦਰ ਮਿਟਿਓ ਸਭ ਖਿਣ। ਕਹਿੰਦੇ ਜੇ ਕੋਈ ਕਰਮਾਂ ਵਿੱਚ ਗੁਰੂ ਰਾਮਦਾਸ ਨੂੰ ਲੈ ਆਵੇ, ਭਾਵ ਤੁਰਦਿਆਂ ਫਿਰਦਿਆਂ ਕਰਮ ਕਾਰ ਕਰਦਿਆਂ ਉਹਨੂੰ ਯਾਦ ਰਵੇ ਗੁਰੂ ਰਾਮਦਾਸ ਮਹਾਰਾਜ, ਗੁਰੂ ਰਾਮਦਾਸ, ਭਾਵ ਉਹਨੂੰ ਯਾਦ ਰਵੇ ਮੈਨੂੰ ਗੁਰੂ ਵੇਖ ਰਿਹਾ, ਉਹਨੂੰ ਯਾਦ ਰਵੇ ਗੁਰੂ ਰਾਮਦਾਸ ਮਹਾਰਾਜ ਨਾਲ ਨੇ। ਔਰ ਸਾਧ ਸੰਗਤ ਫਿਰ ਇੱਕ ਤਬਦੀਲੀ ਆਏਗੀ, ਉਹ ਬੰਦੇ ਕੋਲੋਂ ਮਾੜਾ ਕਰਮ ਨਹੀਂ ਹੋਏਗਾ। ਜਦੋਂ ਕਰਮ ਕਰਨ ਲੱਗੇਗਾ ਉਹਨੂੰ ਯਾਦ ਆਏਗਾ ਮੈਨੂੰ ਗੁਰੂ ਵੇਖ ਰਿਹਾ, ਮੈਨੂੰ ਗੁਰੂ ਵੇਖ ਰਿਹਾ, ਗੁਰੂ ਮੇਰੇ ਨਾਲ ਹੈ। ਇਹ ਚੀਜ਼ ਫਿਰ ਉਹਦੇ ਜੀਵਨ ਵਿੱਚ ਵਰਤ ਜਾਏਗੀ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਮਨ ਕਰਕੇ, ਬਚਨਾਂ ਕਰਕੇ ਜਪਣ ਤੋਂ ਬਾਅਦ ਕਰਮਾਂ ਵਿੱਚ ਗੁਰੂ ਰਾਮਦਾਸ ਆ ਜਾਂਦੇ ਨੇ। ਹਰ ਕਰਮ ਵਿੱਚ ਗੁਰੂ ਰਾਮਦਾਸ ਮਹਾਰਾਜ ਯਾਦ ਆਉਣਗੇ। ਹਰ ਕਰਮ ਵਿੱਚ ਸਿੱਖ ਨੂੰ ਗੁਰੂ ਯਾਦ ਆਉਂਦਾ, ਔਰ ਉਹਦੇ ਕੋਲੋਂ ਕੋਈ ਕਰਮ ਗਲਤ ਨਹੀਂ ਹੋ ਸਕਦਾ। ਕਿਉਂ? ਉਹਨੂੰ ਇਹ ਚੀਜ਼ ਮਹਿਸੂਸ ਹੋ ਜਾਏਗੀ ਜਿਹੜੀ ਤੁਸੀਂ ਨਿਤਨੇਮ ਵਿੱਚ ਪੜ੍ਹਦੇ ਹੋ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸੁਜੰਭੰ ਸੁਭੰ ਸਰਵਧਾ ਸਰਵ ਜੁਗਤੇ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਭੂਤੇ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਔਰ ਸਾਧ ਸੰਗਤ ਜਦੋਂ ਕੋਈ ਨਾਲ ਹੋਵੇ ਉਦੋਂ ਗਲਤੀ ਦੀ ਗੁੰਜਾਇਸ਼ ਨਹੀਂ ਹੈ। ਪਾਪ ਉਦੋਂ ਜਨਮ ਲੈਂਦਾ ਜਦੋਂ ਪੜਦਾ ਪੈ ਜਾਏ, ਕਿਹੜਾ ਕੋਈ ਵੇਖ ਰਿਹਾ। ਗਲਤੀ ਉਦੋਂ ਹੁੰਦੀ ਹੈ ਜਦੋਂ ਬੰਦੇ ਦੇ ਮਨ 'ਚ ਆ ਜਾਏ ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਣਾ, ਤਾਂ ਉਦੋਂ ਉਹ ਬਹੁਤ ਵੱਡੀ ਭੁੱਲ, ਗਲਤੀ, ਕੁਕਰਮ, ਪਾਪ ਕਰ ਸਕਦਾ। ਜਦੋਂ ਕੋਈ ਨਾਲ ਹੋਵੇ ਉਹ ਛੇਤੀ ਕੀਤੇ ਗਲਤੀ ਨਹੀਂ ਕਰਦਾ। ਜਦੋਂ ਕੋਈ ਵੇਖ ਰਿਹਾ ਹੋਵੇ ਫਿਰ ਉਹਦੇ ਤੋਂ ਗਲਤੀ ਦੀ ਗੁੰਜਾਇਸ਼ ਨਹੀਂ ਹੈ, ਕਿਉਂਕਿ ਉਹਦੇ ਮਨ 'ਚ ਮੈਨੂੰ ਕੋਈ ਵੇਖ ਰਿਹਾ। ਔਰ ਸਾਧ ਸੰਗਤ ਤੁਸੀਂ ਸਫ਼ਰ ਵਿੱਚ ਜਾਂਦੇ ਹੋ, ਕਈ ਵਾਰ ਬੰਦਾ ਗੱਡੀ 'ਚ ਬੈਠਿਆ ਫਰੂਟ ਖਾਂਦਾ, ਉਹਦੇ ਛਿੱਲੜ ਵੀ ਤੁਸੀਂ ਵੇਖ ਕੇ ਸਿੱਟਦੇ ਹੋ ਵੀ ਆਲੇ ਦੁਆਲੇ ਬੰਦੇ ਤੇ ਨਹੀਂ ਕੋਈ ਵੇਖ ਰਿਹਾ, ਕੋਈ ਵੇਖ ਨਾ ਰਿਹਾ ਹੋਵੇ। ਛੋਟੀ ਜਿਹੀ ਵੀ ਗਲਤੀ ਬੰਦਾ ਕਰਨ ਲੱਗਿਆ ਆਲਾ ਦੁਆਲਾ ਵੇਖਦਾ, ਮੈਨੂੰ ਕੋਈ ਵੇਖ ਤੇ ਨਹੀਂ ਰਿਹਾ। ਜੇ ਵੇਖ ਰਿਹਾ ਹੋਵੇ ਫਿਰ ਗਲਤੀ ਦੀ ਗੁੰਜਾਇਸ਼ ਨਹੀਂ। ਇੱਦਾਂ ਸਾਧ ਸੰਗਤ ਸਿੱਖ ਨੂੰ ਯਾਦ ਰਹਿਣ ਲੱਗ ਪੈਂਦਾ, ਗੁਰੂ ਮੈਨੂੰ ਵੇਖ ਰਿਹਾ, ਗੁਰੂ ਮੈਨੂੰ ਵੇਖ ਰਿਹਾ। ਉਹਦੇ ਕਰਮ ਵਿੱਚ ਕਦੇ ਵੀ ਕੁਕਰਮ ਨਹੀਂ ਆਉਣਗੇ, ਉਹ ਕਰਮਾਂ ਵਿੱਚ ਕਦੇ ਵੀ ਪਾਪ ਨਹੀਂ ਪੈਦਾ ਹੋਏਗਾ। ਇੱਦਾਂ ਸਿੱਖ ਦਾ ਜੀਵਨ ਨਿਰਮਲ ਹੋ ਜਾਂਦਾ। ਫਿਰ ਇਹ ਤਾਂ ਤੁਹਾਡਾ ਇੱਕ ਤਜਰਬਾ ਰਹਿਣਾ। ਮੈਂ ਕਈ ਵਾਰ ਇਹ ਕਥਾ ਲਾਈਵ ਤੋਂ ਕਹੀ, ਇੱਕ ਨੌਜਵਾਨ ਬੱਚੇ ਨੇ ਮੋਬਾਈਲਾਂ ਦੀ ਦੁਕਾਨ ਖੋਲ੍ਹੀ, ਛੋਟੀ ਜਿਹੀ ਸੀ, ਤਾਂ ਉਦਘਾਟਨ ਕੀਤਾ। ਥੋੜ੍ਹੇ ਦਿਨਾਂ ਬਾਅਦ ਅਸੀਂ ਚਲੇ ਗਏ, ਉਹਨੇ ਸਾਹਮਣੇ ਦੀਵਾਰ 'ਤੇ ਕਾਊਂਟਰ ਦੇ ਪਿੱਛੇ ਬਹੁਤ ਮੋਟੇ ਅੱਖਰਾਂ ਵਿੱਚ ਲਾਲ ਰੰਗ 'ਚ ਸਟਿੱਕਰ ਲਿਖ ਕੇ ਲਾਇਆ ਹੋਇਆ, ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ। ਮੈਂ ਬੜੀ ਗੌਰ ਨਾਲ ਵੇਖਿਆ, ਛੋਟੀ ਜਿਹੀ ਦੁਕਾਨ ਹੈ, ਕੋਈ ਕੈਮਰਾ ਨਹੀਂ ਸੀ ਲੱਗਾ। ਮੈਂ ਉਹਨੂੰ ਕਿਹਾ ਕੈਮਰਾ ਤਾਂ ਕੋਈ ਲਾਇਆ ਹੀ ਨਹੀਂ, ਤੂੰ ਲਿਖ ਕੇ ਬਹੁਤ ਵੱਡਾ ਲਾਇਆ ਹੋਇਆ ਵੇ, ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ। ਕਹਿੰਦਾ ਭਾਈ ਸਾਹਿਬ ਜੀ ਕੈਮਰਾ ਲਾਇਆ ਨਹੀਂ ਹੈ, ਪਰ ਲਿਖਿਆ ਹੋਇਆ ਕੰਮ ਦੇ ਰਿਹਾ ਹੈ। ਜਦੋਂ ਕੋਈ ਆਉਂਦਾ ਪਹਿਲਾਂ ਪੜ੍ਹ ਲੈਂਦਾ। ਜੇ ਕਿਸੇ ਦੇ ਮਨ 'ਚ ਹੋਵੇ ਨਾ ਵੀ ਭੁਲੇਖਾ ਦੇ ਕੇ ਕੋਈ ਚਾਰਜਰ ਚੋਰੀ ਕਰਨਾ, ਕੋਈ ਹੋਰ ਚੀਜ਼, ਕਹਿੰਦਾ ਚੋਰੀ ਨਹੀਂ ਕਰਦਾ। ਕਿਉਂ? ਸਾਹਮਣੇ ਲਿਖਿਆ ਤੁਸੀਂ ਕੈਮਰੇ ਦੀ ਨਜ਼ਰ ਵਿੱਚ। ਕੈਮਰੇ ਦਾ ਇੰਨਾ ਡਰ ਹੈ ਬੰਦੇ ਨੂੰ। ਤੁਸੀਂ ਇੱਥੇ ਬੈਠੇ ਹੋ, 2-3 ਕੈਮਰੇ ਚੱਲਦੇ ਨੇ, ਇੱਕ ਤੁਹਾਡੇ ਵੱਲੋਂ ਘੁਮਾ ਦੇਈਏ ਨਾ, ਮਾੜਾ ਮੋਟਾ ਜਿਹੜਾ ਬੰਦਾ ਢਿੱਲਾ ਹੋ ਕੇ ਬੈਠਾ ਉਹ ਵੀ ਇੱਦਾਂ ਅੱਖਾਂ ਬੰਦ ਕਰਕੇ ਬਹਿ ਜਾਂਦਾ, ਕਿਉਂ? ਉਹਦੀ ਫੋਟੋ ਜੋ ਆ ਰਹੀ ਕੈਮਰੇ 'ਚ। ਕੈਮਰਾ ਬੰਦੇ ਦੀ ਬਾਡੀ ਲੈਂਗੁਏਜ ਸਹੀ ਕਰ ਦਿੰਦਾ। ਕੈਮਰਾ ਬੰਦੇ ਨੂੰ ਬਾਹਰੀ ਤੌਰ 'ਤੇ ਸਹੀ ਕਰਦਾ। ਹਾਲਾਂਕਿ ਇਸ ਕੈਮਰੇ ਦੀ ਰਿਕਾਰਡਿੰਗ ਡਿਲੀਟ ਕੀਤੀ ਜਾ ਸਕਦੀ ਹੈ, ਪਰ ਸਿੱਖ ਦੀ ਸੁਰਤ ਵਿੱਚ ਜਦੋਂ ਆ ਜਾਏ ਗੁਰੂ ਦਾ ਕੈਮਰਾ ਮੇਰੇ 'ਤੇ ਲੱਗਾ, ਉਦੋਂ ਜ਼ਿੰਦਗੀ 'ਚ ਕਦੇ ਗਲਤੀ ਨਹੀਂ ਕਰੇਗਾ। ਉਹਦਾ ਜੀਵਨ ਨਿਰਮਲ ਹੋਣ ਲੱਗ ਪੈਂਦਾ।
ਉਹਨੂੰ ਯਾਦ ਰਹਿੰਦਾ ਮੈਨੂੰ ਗੁਰੂ ਵੇਖ ਰਿਹਾ। ਇਸ ਲਈ ਭੱਟ ਸਾਹਿਬਾਨ ਕਹਿੰਦੇ ਕਿਤੇ ਤੂੰ ਰਸਨਾ ਤੋਂ ਜਪਦੇ ਆ, ਮਨ ਵਿੱਚ ਜਪਦੇ ਆ, ਤੇਰੇ ਕਰਮਾਂ 'ਚ ਗੁਰੂ ਰਾਮਦਾਸ ਆ ਜਾਣ, ਪਤਾ ਤੂੰ ਕੀ ਬਣ ਜਾਣਾ। ਕਹਿੰਦੇ ਗੁਰੂ ਰਾਮਦਾਸ ਦਾ ਨਾਮ ਪਾਰਸ ਹੈ, ਉਹ ਸੱਜਣਾ ਪਾਰਸ ਲੋਹੇ ਨਾਲ ਛੂਝੇ ਉਹਨੂੰ ਸੋਨਾ ਕਰ ਦਿੰਦਾ। ਜਾਂ ਕਰਮਾਂ ਵਿੱਚ ਗੁਰੂ ਰਾਮਦਾਸ ਸਾਹਿਬ ਨੂੰ ਲੈ ਕੇ ਆਵੇਂ ਤੂੰ ਰੱਬ ਦਾ ਰੂਪ ਹੋ ਜਾਏਗਾ। ਤੈਨੂੰ ਗੁਰੂ ਨੇ ਆਪਣਾ ਰੂਪ ਬਣਾ ਲੈਣਾ, ਤੈਨੂੰ ਗੁਰੂ ਨੇ ਇੰਨਾ ਵੱਡਾ ਮਾਣ ਦੇ ਦੇਣਾ। ਇਸ ਲਈ ਕਹਿੰਦੇ ਬਾਚਾ ਕਰ ਸਿਮਰੰਤ ਤੁਝੈ ਤਿਨ ਦੁਖ ਦਰਿਦਰ ਮਿਟਿਓ ਸਭ ਖਿਣ। ਕਰਮ ਕਰ ਤੋਏ ਦਰਸ ਪਰਸ ਪਾਰਸ ਸਰ ਬਲ ਭਟ ਜਸ ਗਾਇਓ। ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਇੱਕ ਸਵਈਆ ਹੋਰ ਪੜਿਓ। ਜਿਹਦੇ ਭੱਟ ਸਾਹਿਬਾਨ ਨੇ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਗਤੀ ਪ੍ਰੇਮਾ ਭਗਤੀ ਦਿੱਤੀ ਸਿੱਖਾਂ ਨੂੰ। ਭਾਈ ਘਰ ਪਰਿਵਾਰ ਗ੍ਰਸਥ ਵਿੱਚ ਰਹੋ, ਪ੍ਰੇਮਾ ਭਗਤੀ ਨਾਲ ਰੱਬ ਨੂੰ ਪਾਓ। ਤੁਹਾਨੂੰ ਕੋਈ ਦੁਨਿਆਵੀ ਤੌਰ ਤੇ ਘਰ ਛੱਡਣ ਦੀ ਲੋੜ ਨਹੀਂ ਹੈ, ਕਾਰੋਬਾਰ ਤਿਆਗਣ ਦੀ ਲੋੜ ਨਹੀਂ ਹੈ, ਭੁੱਖੇ ਰਹਿਣ ਦੀ ਲੋੜ ਨਹੀਂ ਹੈ, ਮੌਨ ਧਾਰਨ ਕਰਨ ਦੀ ਲੋੜ ਨਹੀਂ ਹੈ, ਤੀਰਥਾਂ ਤੇ ਨਹਾਉਣ ਦੀ ਲੋੜ ਨਹੀਂ ਹੈ। ਪ੍ਰੇਮਾ ਭਗਤੀ ਘਰ ਪਰਿਵਾਰ ਕਾਰੋਬਾਰ ਵਿੱਚ ਰਹਿੰਦਿਆਂ ਪ੍ਰੇਮ ਨਾਲ ਰੱਬ ਨੂੰ ਸਿਮਰੋ। ਸਤਨਾਮ ਸ੍ਰੀ ਵਾਹਿਗੁਰੂ, ਤੁਸੀਂ ਰੱਬ ਨੂੰ ਪਾਲੋਗੇ। ਇਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਗਤੀ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਹਿਲੇ ਅੰਗ ਤੋਂ ਪਹਿਲੀ ਪੌੜੀ ਤੋਂ ਇਹ ਗੱਲ ਸ਼ੁਰੂ ਹੋਏਗੀ। ਜਦੋਂ ਮਹਾਰਾਜ ਨੇ ਕਿਹਾ ਭੁੱਖਿਆਂ ਭੁੱਖ ਨਾ ਉਤਰੀ, ਪੜੋ ਭੁੱਖਿਆਂ ਭੁੱਖ ਨਾ। ਭਾਈ ਭੁੱਖੇ ਰਹਿਣ ਨਾਲ ਕੋਈ ਰੱਬ ਨਹੀਂ ਮਿਲੇਗਾ ਤੈਨੂੰ। ਇਹ ਪੌੜੀ ਸ਼ੁਰੂ ਹੋਏਗੀ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਪੜੋ ਸੋਚੈ ਸੋਚ ਨਾ ਜੇ ਸੋਚੀ ਲੱਖ। ਕਹੇ ਤੂੰ ਲੱਖਾਂ ਵਾਰ ਸੁੱਚਾ ਹੋ ਕੇ ਕਵੇਂ ਰੱਬ ਨੂੰ ਪਾ ਲੈ, ਨਹੀਂ ਪਾ ਸਕਦਾ। ਕਿਸੇ ਤੀਰਥ ਤੇ ਨਹਾ ਕੇ ਸੋਚ ਇਸ਼ਨਾਨ ਕਰਕੇ ਰੱਬ ਨਹੀਂ ਮਿਲਦਾ। ਮਨ ਸੁੱਚਾ ਹੋ ਜਾਏ। ਹਾਂ ਬਾਹਰੋਂ ਇਸ਼ਨਾਨ ਕਰਨਾ ਚਾਹੀਦਾ, ਉਤੋਂ ਗੁਰਮਤਿ ਨੇ ਰੋਕਿਆ ਨਹੀਂ, ਪਰ ਨਾਲ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਮਨ ਤਨ ਭੈ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸ਼ਰਨਾ। ਪ੍ਰਗਟੇ ਭਲੇ ਸੰਜੋਗਾ। ਤੇਰਾ ਮਨ ਵੀ ਸੁੱਚਾ ਹੋ ਜਾਏ, ਇਸ ਲਈ ਇਸ਼ਨਾਨ ਕਰਦਿਆਂ ਜਪ ਸਤਨਾਮ ਸ੍ਰੀ ਵਾਹਿਗੁਰੂ। ਕੱਲਾ ਤੀਰਥਾਂ ਤੇ ਨਹਾ ਕੇ ਤੂੰ ਸੁੱਚਾ ਨਹੀਂ ਹੋਣਾ। ਤੈਨੂੰ ਘਰ ਛੱਡ ਕੇ ਤੀਰਥ ਤੇ ਜਾਣ ਦੀ ਲੋੜ ਨਹੀਂ ਹੈ। ਪੜੋ ਸੋਚੈ ਸੋਚ ਨਾ ਹੋਵਈ ਸੋਚੈ ਸੋਚ ਨਾ ਜੇ ਸੋਚੀ ਲੱਖ ਵਾਰ। ਜੇ ਸੋਚੀ ਅੱਗੇ ਲਿਖਿਆ ਭਾਈ ਤੂੰ ਮਨ ਵਿੱਚ ਧਾਰੇ ਕਿ ਮੈਂ ਚੁੱਪ ਧਾਰਨ ਕਰ ਲੈ। ਮੈਂ ਚੁੱਪ ਧਾਰ ਕੇ ਸ਼ਾਇਦ ਰੱਬ ਨੂੰ ਮਿਲਣਾ, ਮੌਨ ਧਾਰ ਕੇ ਰੱਬ ਨੂੰ ਮਿਲਣਾ। ਪੜੋ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਨਾ ਭੁੱਖੇ ਰਹਿਣ ਨਾਲ ਰੱਬ ਮਿਲਣਾ, ਨਾ ਚੁੱਪ ਧਾਰਨ ਕਰਨ ਨਾਲ ਰੱਬ ਮਿਲਣਾ, ਨਾ ਸੋਚ ਇਸ਼ਨਾਨ ਤੀਰਥਾਂ ਤੇ ਜਾ ਕੇ ਰੱਬ ਮਿਲਣਾ। ਸਾਰੀ ਪੌੜੀ ਪੜੋ ਪਿਆਰ ਨਾਲ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ। ਅਗਲੀ ਪੰਕਤੀ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਚਾਰੇ ਗੱਲਾਂ ਕਹਿ ਕੇ ਫਿਰ ਸਵਾਲ ਕੀਤਾ ਕਿਵ ਸੱਚਿਆਰਾ ਹੋਈ ਕਿਵ ਕੂੜੇ ਟੁੱਟੇ। ਕਹਿੰਦੇ ਫਿਰ ਸੱਚਿਆਰ ਕਿਵੇਂ ਹੋਇਆ ਜਾਵੇ। ਜੇ ਮੌਨ ਧਾਰਨ ਚੁੱਪ ਕਰਨ ਨਾਲ ਰੱਬ ਨਹੀਂ ਮਿਲਣਾ, ਭੁੱਖੇ ਰਹਿਣ ਨਾਲ ਰੱਬ ਨਹੀਂ ਮਿਲਣਾ। ਸਾਧ ਸੰਗਤ ਭੁੱਖੇ ਰਹਿ ਕੇ ਵਰਤ ਰੱਖ ਕੇ ਰੱਬ ਨਹੀਂ ਮਿਲ ਸਕਦਾ। ਔਰ ਪਾਤਸ਼ਾਹ ਨੇ ਸਿੱਖ ਨੂੰ ਕਿਹਾ ਭਾਈ ਜਿਹੜੇ ਰੱਖਦੇ ਹੋਣਗੇ ਉਹ ਰੱਖੀ ਜਾਣ। ਤੈਨੂੰ ਮੈਂ ਨਿਰਮਲ ਪੰਥ ਦਾ ਰਾਹ ਦੱਸਿਆ, ਤੈਨੂੰ ਪ੍ਰੇਮਾ ਭਗਤੀ ਸਿਖਾ ਰਿਹਾ। ਤੂੰ ਵਰਤ ਰੱਖ ਕੇ ਰੱਬ ਨੂੰ ਨਹੀਂ ਪਾਉਣਾ। ਤੂੰ ਘਰ ਪਰਿਵਾਰ ਵਿੱਚ ਰਹਿ, 8 ਘੰਟੇ ਕੰਮ ਕੀਤਾ, ਖੇਤੀ ਦਾ ਦੁਕਾਨ ਦਾ ਕਾਰੋਬਾਰ, ਭੁੱਖ ਲੱਗੀ ਹੈ, ਭੋਜਨ ਪ੍ਰਸ਼ਾਦਾ ਛਕ, ਪਰ ਛਕਣ ਲੱਗੇ ਉਹਨੂੰ ਯਾਦ ਕਰ ਸਤਨਾਮ ਸ੍ਰੀ। ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਖਾਣ ਤੋਂ ਨਹੀਂ ਰੋਕਿਆ, ਪਰ ਜਿਹਨੇ ਤੈਨੂੰ ਕਿਰਪਾ ਕੀਤੀ ਉਹਨੂੰ ਚੇਤੇ ਵਿੱਚ ਰੱਖ। ਆ ਸਾਧ ਸੰਗਤ
ਭੁੱਖੇ ਰਹਿਣ ਵਾਲਾ ਰੌਲਾ ਜਿਹਾ ਸ਼ਾਇਦ ਨਿਬੜ ਗਿਆ, ਬੀਬੀਆਂ ਨੂੰ ਪਤਾ ਹੋਣਾ ਵਰਤ ਅੱਜ ਹੈ ਕਿ ਕੱਲ ਸੀ, ਨਿਬੜ ਗਏ ਪਰਸੋਂ ਜੇ। ਇਹ ਸਾਧ ਸੰਗਤ ਬੜਾ ਹੀ ਰੌਲਾ ਪਿਆ ਹੋਇਆ। ਔਰ ਸਵੇਰੇ ਪੁੱਛੋ, ਮੈਨੂੰ ਇੱਕ ਬੀਬੀ ਉਹਨਾਂ ਦਾ ਫੋਨ ਆਇਆ ਤਾਂ ਕੁਦਰਤੀ ਮੈਂ ਪੁੱਛ ਲਿਆ, ਜਿਹਦਾ ਫੋਨ ਉੱਦਣ ਆਵੇ ਉਹ ਪੁੱਛ ਲਈਦਾ। ਮੈਂ ਕਿਹਾ ਵੀ ਤੁਸੀਂ ਵੀ ਵਰਤ ਰੱਖਣਾ? ਕਹਿੰਦੀ ਨਹੀਂ ਭਾਈ ਸਾਹਿਬ ਕਈ ਵਾਰ ਬੰਦੇ ਨਹੀਂ ਹਟਦੇ। ਮੈਂ ਕਿਹਾ ਬੰਦਿਆਂ ਦਾ ਤਾਂ ਐਵੇਂ ਤੁਸੀਂ ਨਾਮ ਲੈਂਦੇ। ਅੱਛਾ ਚਲੋ ਭੈਣ ਜੀ ਜੇ ਵਰਤ ਰੱਖਦੇ ਹੋ ਤਾਂ ਮੈਂ ਉਹਨੂੰ ਪੁੱਛਿਆ ਵੀ ਸਵੇਰੇ ਕੀ ਖਾਣਾ? ਕਹਿੰਦੀ ਸਵੇਰੇ ਬਸ 2 ਪਰੌਂਠੀਆਂ ਗੋਭੀ ਵਾਲੀਆਂ। ਜਿਹਨੇ ਹੁਣ ਆਲੂ ਗੋਭੀ ਦੇ 2 ਪਰੌਂਠੇ ਖਾ ਲਏ ਉਹਨੂੰ ਭੁੱਖ ਲੱਗਣੀ ਸ਼ਾਮ ਤੱਕ। ਫਿਰ ਵਿੱਚ ਵਿਚਾਲੇ ਫੇਣੀਆਂ ਵੀ ਖਾ ਸਕਦੇ ਹਾਂ ਵਿੱਚ। ਸਾਧ ਸੰਗਤ ਇਹ ਸਾਡਾ ਮਤ ਨਹੀਂ ਹੈ। ਜਿਨ੍ਹਾਂ ਦਾ ਧਰਮ ਇਜਾਜ਼ਤ ਦਿੰਦਾ ਉਹ ਰੱਖਣ। ਤੁਹਾਨੂੰ ਤਾਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਗ ਨਿਤਨੇਮ ਦੀ ਪਹਿਲੀ ਬਾਣੀ ਪਹਿਲੀ ਪੌੜੀ ਵਿੱਚ ਹੀ ਕਹਿ ਦਿੱਤਾ ਕਿ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ, ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਮਹਾਰਾਜ ਫਿਰ ਦੱਸੋ ਸਚਿਆਰ ਕਿਵੇਂ ਹੋਣਾ? ਹੁਣ ਸਵਾਲ ਹੋਇਆ ਕਿਵ ਸੱਚਿਆਰਾ ਹੋਈ ਐ ਕਿਵ ਕੂੜੇ ਟੁੱਟੇ। ਜਵਾਬ ਦਿੱਤਾ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਭਾਈ ਉਹਦੇ ਹੁਕਮ ਰਜਾ ਵਿੱਚ ਨਾਲ ਤੁਰਨਾ ਸ਼ੁਰੂ ਕਰ। ਜਦੋਂ ਉਹਦੀ ਰਜਾ ਵਿੱਚ ਤੁਰੇਗਾ ਤੇਰੇ ਅੰਦਰ ਪ੍ਰੇਮ ਪੈਦਾ ਹੋਏਗਾ। ਜਦੋਂ ਉਹਦਾ ਹੁਕਮ ਮੰਨ ਕੇ ਤੁਰੇਗਾ ਉਹਦੇ ਤੇਰੇ ਅੰਦਰ ਪ੍ਰੇਮ ਪੈਦਾ ਹੋਏਗਾ। ਸਾਧ ਸੰਗਤ ਦਿਲੋਂ ਹੁਕਮ ਪਤਾ ਕਿਹਦਾ ਮੰਨੀਦਾ? ਜਿਹਦੇ ਨਾਲ ਪ੍ਰੇਮ ਹੋਵੇ। ਦਿਲੋਂ ਹੁਕਮ ਉਹਦਾ ਮੰਨੀਦਾ ਜਿਹਦੇ ਨਾਲ ਪ੍ਰੇਮ ਹੋਵੇ। ਔਰ ਪਾਤਸ਼ਾਹ ਨੇ ਕਿਹਾ ਦੁਨੀਆ ਦਾ ਹੁਕਮ ਜਿਹੜਾ ਹੈ ਉਹਦੇ ਵਿੱਚ ਤੇ ਰੱਬ ਦੇ ਹੁਕਮ 'ਚ ਫਰਕ ਬਹੁਤ ਵੱਡਾ ਹੈ। ਇਹ ਯਾਦ ਰੱਖਿਓ, ਦੁਨੀਆ ਦਾ ਕੋਈ ਰਾਜਾ ਹੁਕਮ ਕਰ ਸਕਦਾ ਹੈ। ਹੁਕਮ ਕਰਨ ਵਾਲਾ ਦਿੱਲੀ ਬੈਠਾ, ਸੜਕਾਂ ਸੰਗਰੂਰ ਬਣ ਰਹੀਆਂ ਨੇ, ਪਰ ਸਾਧ ਸੰਗਤ ਜਿਹਨੂੰ ਰੱਬ ਕਹਿੰਦੇ ਨੇ ਉਹ ਜਿੱਥੇ ਹੁਕਮ ਕਰ ਰਿਹਾ ਉੱਥੇ ਹੁਕਮੀ ਬਣ ਕੇ ਨਾਲ ਵੀ ਰਹਿੰਦਾ। ਜੇ ਉਹਦਾ ਹੁਕਮ ਸਾਡੇ ਤੇ ਚੱਲਦਾ, ਉਹਦਾ ਹੁਕਮ ਮੰਨ ਕੇ ਵੇਖ, ਉਹ ਹੁਕਮ ਕਰਨ ਵਾਲਾ ਹੁਕਮੀ ਵੀ ਤੇਰੇ ਨਾਲ ਹੈ। ਹੁਕਮ ਦੇਣ ਵਾਲਾ ਰੱਬ ਵੀ ਤੇਰੇ ਨਾਲ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤਾਈਓ ਕਹਿਣਗੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਭਾਈ ਉਹ ਹੁਕਮ ਦੇਣ ਵਾਲਾ ਤੇਰੇ ਨਾਲ ਹੈ ਹੁਕਮੀ ਬਣ ਕੇ। ਜਦੋਂ ਹੁਕਮ ਮੰਨੇਗਾ ਪ੍ਰੇਮ ਨਾਲ, ਇਹ ਪ੍ਰੇਮਾ ਭਗਤੀ ਹੈ। ਇਹਨੂੰ ਫਿਰ ਭੱਟ ਸਾਹਿਬ ਮੰਨਣਾ ਕਿਹਾ ਨਾਨਕ ਨਾਮ ਨਿਰੰਜਨ ਜਾਣਿਓ ਕਿਨੀ ਭਗਤ ਪ੍ਰੇਮ ਲਿਵ ਲਾਈ। ਫਿਰ ਗੁਰੂ ਅੰਗਦ ਦੇਵ ਮਹਾਰਾਜ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੀ ਰਖਾਈ। ਭਾਈ ਫਿਰ ਗੁਰੂ ਅੰਗਦ ਦੇਵ ਮਹਾਰਾਜ ਨੇ ਸ਼ਬਦ ਤੇ ਸੁਰਤ ਦੀ ਐਸੀ ਵਰਖਾ ਵਰਤਾਈ ਜਿਹਨਾਂ ਦੀ ਸੁਰਤ ਨਹੀਂ ਸੀ ਜੁੜੀ ਉਹਨਾਂ ਦੇ ਅੰਦਰ ਵੀ ਨਹੀਂ ਰੱਖ ਦਿੱਤੀ। ਫਿਰ ਤੀਜੇ ਪਾਤਸ਼ਾਹ ਬਾਰੇ ਕਿਹਾ ਗੁਰ ਅਮਰਦਾਸ ਕੀਆਂ ਕਥ ਕਥਾ ਹੈ। ਪੜੋ ਗੁਰ ਅਮਰਦਾਸ ਕੀਆਂ ਕਥ ਕਥਾ। ਫਿਰ ਪੜੋ ਗੁਰ ਅਮਰਦਾਸ ਕੀਆਂ ਕਥ ਕਥਾ ਹੈ। ਗੁਰ ਅਮਰਦਾਸ ਕੀ। ਭਾਈ ਗੁਰੂ ਅਮਰਦਾਸ ਮਹਾਰਾਜ ਦੀ ਕਥਾ ਕਹਿਣ ਤੋਂ ਬਾਅਦ ਇੱਕ ਜੀ ਕਛ ਕਹੀ ਨਾ ਜਾਈ। ਇੱਕ ਜੀ ਕਛ ਕਹੀ ਨਾ ਜਾਈ। ਮਹਾਰਾਜ ਜੀ ਕਥਨ ਤੋਂ ਬਾਹਰ ਕਿਉਂ ਹੈ? ਸਾਧ ਸੰਗਤ ਹੁਣ ਗੁਰੂ ਅਮਰਦਾਸ ਮਹਾਰਾਜ ਦੀ ਕਥਾ ਵੇਖਿਓ। ਇਹ ਸਮਾਗਮ ਆਪਾਂ ਪਤਾ ਕਿਉਂ ਰੱਖੇ? ਗੁਰੂ ਦੀ ਮੱਤ ਕੋਈ ਨਾ ਕੋਈ ਸਿੱਖਣੀ, ਕੋਈ ਨਾ ਕੋਈ ਗੁਣ ਸਿੱਖ ਕੇ ਜਾਣਾ। ਫਿਰ ਸਮਾਗਮ ਕਰਨ ਤੇ ਕਰਾਉਣ ਦਾ ਲਾਭ ਹੈ। ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਦੀ ਕਥਾ ਕਹਿਣ ਤੋਂ ਕਥਨ ਤੋਂ ਬਾਹਰ ਹੈ। ਪਤਾ ਕਿਉਂ? 12 ਸਾਲ ਗੁਰੂ ਅਮਰਦਾਸ ਮਹਾਰਾਜ ਨੇ ਗਾਗਰ ਢੋਈ। 60 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਸਾਹਿਬ ਜੀ ਕੋਲ ਆਏ। 72 ਸਾਲ ਦੀ ਉਮਰ ਤੱਕ ਬਾਬੇ ਅਮਰਦਾਸ ਨੇ ਗਾਗਰ ਢੋਈ, ਝਾੜੂ ਫੇਰਿਆ, ਬਰਤਨ ਮਾਂਜੇ, ਸੇਵਾ ਕੀਤੀ। ਔਰ 72 ਸਾਲ ਦੀ ਉਮਰ ਵਿੱਚ ਜਾ ਕੇ ਗੁਰਤਾ ਗੱਦੀ ਤੇ ਬੈਠੇ। 22 ਸਾਲ ਗੁਰਤਾ ਗੱਦੀ ਤੇ ਰਹੇ। ਕੁੱਲ 94 ਸਾਲ ਦੀ ਉਮਰ ਤੱਕ ਗੁਰੂ ਅਮਰਦਾਸ ਮਹਾਰਾਜ ਗੁਰੂ ਰਹੇ। ਹੁਣ ਸੁਣਿਓ, ਸੇਵਾ ਕਰਨੀ ਸੌਖੀ ਹੈ ਕਿੱਧਰੋਂ? ਜੇ ਪੈਸੇ ਦੀ ਕਰਨੀ ਹੋਵੇ ਉਹ ਵੀ ਸੌਖੀ ਹੈ, ਦਾਨ ਕਰਨਾ ਹੋਵੇ ਉਹ ਵੀ ਠੀਕ ਹੈ, ਹੱਥੀਂ ਸੇਵਾ ਵੀ ਕੀਤੀ ਜਾ ਸਕਦੀ ਹੈ। ਸੇਵਾ ਕਰਕੇ ਸਭ ਕੁਝ ਕਰਕੇ ਸਭ ਤੋਂ ਔਖਾ ਕੰਮ ਪਤਾ ਕੀ ਹੈ?
ਜਿਹਨੂੰ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸਤਿਗੁਰ ਕੀ ਸੇਵਾ ਗਾਖੜੀ, ਗਾਖੜੀ ਮੀਨਿੰਗ ਔਖੀ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਕਹਿੰਦੇ ਭਾਈ ਸੇਵਾ ਔਖੀ ਪਤਾ ਕਿਉਂ ਹੈ? ਕਿਉਂਕਿ ਸੇਵਾ ਕਰਨ ਵਾਲੇ ਸੇਵਾਦਾਰ ਨੂੰ ਸਿਰ ਦੇ ਕੇ ਆਪਾਂ ਆਪ ਗਵਾ ਕੇ ਸੇਵਾ ਕਰਨੀ ਪੈਂਦੀ ਹੈ। ਜੇ ਉਹਦੇ ਅੰਦਰ ਆਪਾ ਜੀਵਤ ਰਹਿ ਜਾਏ ਉਹਦੀ ਸੇਵਾ ਕਦੇ ਪ੍ਰਵਾਨ ਨਹੀਂ ਹੁੰਦੀ। ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਕੀਤੀ, 12 ਸਾਲਾਂ ਵਿੱਚ 12 ਵਾਰ ਸਿਆਲ ਦੀਆਂ ਰੁੱਤਾਂ ਆਈਆਂ, ਸੇਵਾ ਕਰਦੇ ਰਹੇ। ਜੇਠ ਹਾੜ ਦੀਆਂ ਧੁੱਪਾਂ ਵਿੱਚ ਗਾਗਰ ਢਾਉਂਦੇ ਰਹੇ। ਬਰਸਾਤ ਦੇ 3-3 ਮਹੀਨੇ ਮੀਂਹ ਵਰਦੇ ਰਹੇ, ਝੜੀਆਂ ਲੱਗਦੀਆਂ ਰਹੀਆਂ, ਵਰਦੇ ਮੀਂਹ ਵਿੱਚ ਵੀ ਸੇਵਾ ਕਰਦੇ ਰਹੇ। ਤੇ ਸਭ ਤੋਂ ਔਖਾ ਕੰਮ ਪਤਾ ਕੀ ਸੀ? ਸਾਰੀ ਸੇਵਾ ਕਰਕੇ ਲੋਕਾਂ ਦੇ ਮਿਹਣੇ ਸੁਣਨੇ ਸਭ ਤੋਂ ਔਖਾ ਸੀ। ਖਡੂਰ ਦੇ ਲੋਕ ਗੱਲਾਂ ਕਰਦੇ ਸੀ ਪਿੱਠ ਪਿੱਛੇ, ਫਿਰ ਬਹੁਤੇ ਲੋਕ ਥੋੜੇ ਸਾਲਾਂ ਬਾਅਦ ਮੂੰਹ ਤੇ ਵੀ ਕਹਿਣ ਲੱਗ ਪਏ, ਇਹ ਅਮਰਦਾਸ ਵੇਖੋ ਕੁੜਮਾਂ ਦੇ ਘਰ ਬੈਠੇ, ਇਹਦੇ ਪੁੱਤ ਨੂੰ ਹਾਂ ਰੋਟੀ ਨਹੀਂ ਦਿੰਦੇ ਹੁਣੇ ਤਾਂ ਬੁੱਢੇ ਵੇਰੇ ਬੈਠੇ। ਕੁੜਮਾਂ ਦੇ ਘਰ ਕੌਣ ਬਹਿੰਦਾ? ਕੁੜਮਾਂ ਦੇ ਘਰ ਗਾਗਰਾਂ ਢੋਂਦਾ, ਝਾੜੂ ਫੇਰਦਾ, ਭਾਂਡੇ ਮਾਂਜਦਾ ਬਾਬਾ ਅਮਰਦਾਸ ਨੂੰ। ਲੋਕੀ ਕਹਿੰਦੇ ਅਮਰਦਾਸ ਨੂੰ ਲੱਜਾ ਨਹੀਂ ਹੈ, ਪੁੱਤ ਨੂੰ ਹਾਂ ਰੋਟੀ ਨਹੀਂ ਦਿੰਦੇ ਹੋਣੇ, ਬੁੱਢੇ ਵੇਰੇ ਆ ਕੇ ਗੁਰੂ ਦੇ ਦਰ ਤੇ ਬਹਿ ਗਏ। ਲੋਕੀ ਤੰਨੇ ਮਿਹਣੇ ਮਾਰਦੇ ਰਹੇ। 12 ਸਾਲ ਬਾਬੇ ਅਮਰਦਾਸ ਨੇ ਮਿਹਣੇ ਝੱਲ ਲਏ, ਮਿਹਣਿਆਂ ਦਾ ਮੀਂਹ ਵਰਦਾ ਰਿਹਾ ਪਰ ਸੇਵਾ ਕਰਨੀ ਨਹੀਂ ਛੱਡੀ। ਇੱਥੇ ਆਪਣੇ ਮਨ 'ਚ ਝਾਤ ਮਾਰਿਓ, 10 ਦਿਨ ਮਹੀਨਾ ਆਪਣੇ ਬਜ਼ੁਰਗ ਨੂੰ ਗੁਰਦੁਆਰੇ ਸੇਵਾ ਤੇ ਛੱਡ ਕੇ ਵੇਖੋ, ਤੁਹਾਨੂੰ ਅੱਧੇ ਰਿਸ਼ਤੇਦਾਰੀ ਤੇ ਲੋਕ ਕਹਿਣ ਲੱਗ ਪੈਣਗੇ ਬੁੜੇ ਨੂੰ ਗੁਰਦੁਆਰੇ ਚੜਾਤਾ ਤੁਸੀਂ, ਲੈ ਬੁੜੇ ਨੂੰ ਗੁਰਦੁਆਰੇ ਚੜਾਤਾ ਤੁਸੀਂ, ਅਗਲੇ ਦਿਨ ਲੈਣ ਆ ਜਾਓਗੇ। ਔਰ ਫਿਰ ਸੇਵਾ ਕਰਨੀ ਔਖੀ। ਸੇਵਾ ਕਰਦਿਆਂ ਨੂੰ ਕੋਈ ਬੰਦਾ ਟੋਕਦਾ, ਸੇਵਾ ਕਰਦਿਆਂ ਤੁਹਾਨੂੰ ਕੋਈ ਮਾੜਾ ਕਹਿ ਦੇ, ਲੋਕੀ ਸੇਵਾ ਕਰਨੀ ਛੱਡ ਜਾਂਦੇ ਨੇ, ਗੁਰਦੁਆਰਾ ਬਦਲ ਲੈਂਦੇ ਨੇ, ਸੇਵਾ ਛੱਡ ਜਾਣਗੇ। ਬਹੁਤੇ ਬੰਦੇ ਮੈਂ ਸੇਵਾ ਕਰਦੇ ਸੇਵਾ ਕਰਨੀ ਛੱਡ ਕੇ ਵੇਖੇ, ਮੈਂ ਉਹਨਾਂ ਨੂੰ ਕਿਹਾ ਹੁਣ ਨਹੀਂ ਸੇਵਾ ਕਰਦੇ, ਕਹਿੰਦੇ ਛੱਡੋ ਭਾਈ ਸਾਹਿਬ, ਲੋਕੀ ਕਦਰੇ ਨਹੀਂ ਕਰਦੇ। ਛੱਡੋ ਭਾਈ ਸਾਹਿਬ, ਲੋਕ ਮਾੜਾ ਕਹਿੰਦੇ ਨੇ, ਛੱਡੋ ਭਾਈ ਸਾਹਿਬ, ਲੋਕ ਕਦਰ ਨਹੀਂ ਕਰਦੇ। ਇਹਦਾ ਮਤਲਬ ਦੁਨੀਆ ਕਦਰ ਕਰੇ ਤਾਂ ਸੇਵਾ ਕਰਨੀ ਹੈ? ਨਹੀਂ, ਸੇਵਾ ਔਖੀ ਇਸ ਲਈ ਹੈ ਲੋਕੀ ਤੁਹਾਡੀ ਨਿੰਦਿਆ ਵੀ ਕਰਨ, ਤੁਸੀਂ ਸੇਵਾ ਨਾ ਛੱਡੋ। ਤੰਨੇ ਮਿਹਣੇ ਮਾਰਦੇ ਨੇ ਖਡੂਰ ਦੇ ਲੋਕ। ਖਡੂਰ ਸਾਹਿਬ ਦੇ ਲੋਕੀ ਕਹਿੰਦੇ ਨੇ ਬਾਬਾ ਅਮਰਦਾਸ ਬੁੱਢੇ ਵੇਰੇ ਕੁੜਮਾਂ ਦੇ ਘਰ ਬੈਠੇ, ਇਹਦੇ ਪੁੱਤ ਨੂੰ ਹਾਂ ਰੋਟੀ ਨਹੀਂ ਪੁੱਛਦੇ ਹੋਣੇ, 70 ਸਾਲ ਦੀ ਉਮਰ ਹੋ ਗਈ ਹੈ, ਇਹ ਦੇਖੋ ਗੁਰੂ ਘਰ ਗਾਗਰਾਂ ਢੋਂਦਾ। ਲੋਕਾਂ ਦੇ ਤੰਨੇ ਮਿਹਣੇ ਸੁਣ ਕੇ ਵੀ ਸੇਵਾ ਕਰਦੇ ਰਹੇ। ਤਾਈਓ ਬਾਬਾ ਸੱਤਾ ਬਲਵੰਡ ਜੀ ਨੇ ਲਿਖਿਆ, ਝੱਖੜ ਵਾਓ ਨਾ ਡੋਲਈ ਪਰਵਤ ਮੇ ਰਾਣ। ਹੇ ਗੁਰੂ ਅਮਰਦਾਸ, ਤੁਸੀਂ ਸਮੇਰ ਪਰਵਤ ਦੀ ਤਰ੍ਹਾਂ ਖੜੇ ਰਹੇ, ਦੁਨੀਆ ਦੇ ਤੰਨੇ ਮਿਹਣਿਆਂ ਦਾ ਝੱਖੜ ਤੁਹਾਨੂੰ ਸੇਵਾ ਤੋਂ ਨਹੀਂ ਹਟਾ ਸਕਿਆ। ਤੁਸੀਂ ਪਰਵਤ ਦੀ ਤਰ੍ਹਾਂ ਖੜੇ ਰਹੇ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਸੇਵਾ ਕਰਕੇ ਮਿਹਣੇ ਸੁਣਨੇ ਬਹੁਤ ਔਖੇ ਨੇ। ਤੁਸੀਂ ਵੀ ਸੇਵਾਦਾਰ ਹੋ, ਅਸੀਂ ਵੀ ਸਮਾਗਮ ਕਈ ਵਾਰ ਕਰਾਈਦੇ ਨੇ, ਬਹੁਤ ਔਖਾ। ਔਖਾ ਪਤਾ ਕਿਉਂ ਹੈ? ਜਿਹਨੇ ਸਮਾਗਮ ਕਰਾਉਣੇ 1-1, 1.5 ਮਹੀਨਾ ਕੰਮ ਛੱਡਣੇ ਪੈਂਦੇ ਨੇ, ਪ੍ਰਬੰਧ ਕਰਨੇ ਪੈਂਦੇ ਨੇ। ਆਪਣੇ ਕੰਮ ਛੱਡੋ, ਕੋਲੋਂ ਪੈਸਾ ਵੀ ਖਰਚੋ, ਵਕਤ ਵੀ ਦਿਓ, ਘਰੋਂ ਵੀ ਸਾਧ ਸੰਗਤ, ਘਰ ਦੇ ਕੰਮ ਛੱਡਣੇ। ਕਈ ਵਾਰ ਘਰੋਂ ਵੀ ਗਾਲਾਂ ਸੁਣਨੀਆਂ ਪੈਂਦੀਆਂ, ਘਰੋਂ ਵੀ ਕੁਝ ਸੁਣਨਾ ਪੈਂਦਾ। ਇੰਨੀ ਸੇਵਾ ਕਮਾ ਕੇ ਸਭ ਤੋਂ ਔਖਾ ਕੰਮ ਪਤਾ ਕੀ ਹੈ? 100 ਚੋਂ 90 ਬੰਦੇ ਤੁਹਾਨੂੰ ਕਹਿਣਗੇ ਬਹੁਤ ਵਧੀਆ ਕੀਤਾ, ਬੜਾ ਵਧੀਆ ਸਮਾਗਮ ਹੋਇਆ, ਬਹੁਤ ਵਧੀਆ ਕੀਤਾ। ਪਰ ਇਹ ਯਾਦ ਰੱਖਿਓ, 100 ਚੋਂ 10 ਬੰਦੇ ਇੱਦਾਂ ਦੇ ਜ਼ਰੂਰ ਮਿਲਣਗੇ ਜਿਹੜੇ ਵੱਖ ਹੋ ਕੇ ਗੱਲਾਂ ਕਰਕੇ ਕਹਿਣਗੇ ਉਹ ਚੋਰ ਇਕੱਠੇ ਹੋਏ ਆ, ਖਾ ਗਏ ਹੋਏ, ਖਾ ਗਏ ਹੋਏ। ਉਹ ਵੀ ਸੁਣਨਾ ਪੈਣੇ। ਜੇ ਬਰਦਾਸ਼ਤ ਕਰ ਜਾਓਗੇ ਸੇਵਾ ਪ੍ਰਵਾਨ ਹੈ, ਜੇ ਰੁੱਸ ਕੇ ਚੱਲ ਜਾਓਗੇ ਸੇਵਾ 'ਚ ਫੇਲ ਹੋ ਜਾਣਾ। ਇਹ ਸੁਣਨਾ ਪੈਂਦਾ। ਸੇਵਾਦਾਰ ਨੂੰ ਝੋਲੀ ਅੱਡ ਕੇ ਲੋਕਾਂ ਦੇ ਮਿਹਣੇ ਪਾਉਣੇ ਪੈਂਦੇ ਨੇ, ਫਿਰ ਗੁਰੂ ਘਰ ਤੋਂ ਵਡਿਆਈ ਮਿਲਦੀ ਹੈ। ਗੁਰ ਅਮਰਦਾਸ ਦੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। 12 ਸਾਲ ਗਾਗਰ ਢੋਈ, ਝਾੜੂ ਫੇਰਿਆ, ਮਿਹਣੇ ਸੁਣੇ। ਤੇ 12 ਸਾਲਾਂ ਬਾਅਦ ਗੁਰੂ ਅੰਗਦ ਸਾਹਿਬ ਨੇ ਫਿਰ ਪਤਾ ਕੀ ਵਡਿਆਈ ਦਿੱਤੀ? 72 ਸਾਲ ਦੀ ਉਮਰ ਵਿੱਚ ਤਖਤ ਤੇ ਬਿਠਾ ਕੇ ਕਿਹਾ, ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ, ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ, ਨਿਓਟਿਆਂ ਦੀ ਓਟ ਗੁਰੂ ਅਮਰਦਾਸ ਨੇ, ਗੱਤਿਆਂ ਦੀ ਗੱਤ ਨੇ, ਪੱਤਿਆਂ ਦੀ ਪੱਤ ਨੇ, ਧਿਰਿਆਂ ਦੀ ਧਿਰ ਨੇ, ਥਾਮਿਆਂ ਦੇ ਥਾਂ ਨੇ, ਘਰਿਆਂ ਦੇ ਘਰ, ਭੰਨਣ ਘੜਨ ਸਮਰੱਥ ਗੁਰੂ ਅਮਰਦਾਸ। 12 ਬਖਸ਼ਿਸ਼ਾਂ ਕਰਕੇ ਨਵਾਜਿਆ। ਔਰ ਸਾਧ ਸੰਗਤ, ਉਹੀਓ ਸੇਵਾ ਫਿਰ ਧੰਨ ਗੁਰੂ ਰਾਮਦਾਸ ਸਾਹਿਬ ਨੇ ਕਮਾਈ।
गुरु अमरदास महाराज तो सिख के फिर गुरु रामदास साहब ने सेवा की। धन गुरु अमरदास महाराज की शरण में सेवा करते रहे, दिने घुंगड़ियां भी बेचनियां, सवेरे शाम सेवा भी करनी। धन गुरु अमरदास महाराज जी दियां खुशियां प्राप्त कीतियां। साध संगत एक दिन वक्त आउंदा है जिदन गुरु अमरदास महाराज मान दिंदे ने। हुण सुनियो अकथ कथा क्यों आ गुरु अमरदास जी। तुसीं भी पढ़े लिखे बैठे हो, अपने मनां च हाथ मारियो। साध संगत गुरु वाके रब है, गुरु वर्गा नहीं कोई हो सकता। श्री गुरु अमरदास महाराज नूं मान मिलिया कि गुरु अमरदास ने माणियां दे मान ने, ताणियां दे ताण ने, घरियां दे घर ने, ओटियां दी ओट ने, थामियां दी थां। पातशाह दे चरनां विच इक कोड़ी आउंदा है, कोड़ी दा कोड़ गुरु अमरदास ठीक कर दिंदे ने। ਉਹਨੂੰ रोज़ नाम च पाउंदे ने, बौली साहब तो इशनान कराउंदे ने, ਉਹ तंदुरुस्त हो जाता है। एक दिन ਜਦੋਂ ਉਹ नौजवान तंदुरुस्त हो गया, उदण पातशाह भरे दरबार ਵਿੱਚ संगत ਨੂੰ ਕਹਿੰਦੇ ਨੇ, भाई आ बच्चे का असीं रिश्ता करना है, शादी करनी है, किसी सिख की बच्ची विआहण योग होवे, इहदे नाल रिश्ता शादी करो। कोई भी ना उठ्या। मन च सोचते ने कल कोड़ी सी अज ठीक हो गया, कल का की पता है। नाले ये सोचते भी एवें थोड़ी किसी ना इदा धी विआही जाती है, कोई घर वार, कोई पिंड पता, कोई जमीन जायदाद, कुछ तो चाहिए है। ये कौन अपनी धी विआह देगा। एक बार आवाज़ दी, दो बार आवाज़ दी, तीजी बार पातशाह कहा, भाई कोई किसी की बच्ची विआहण योग होवे, आ नौजवान बच्चे की असीं शादी करनी है, असीं प्रेमे का विआह शादी करनी है, दसो भाई। फिर सब तो पिछे एक गरीब जिहा सज्जन उठ के आया, उन्हें हाथ जोड़ के कहा गुरु अमरदास महाराज जी नूं, महाराज मैं अपनी बच्ची की इहदे नाल शादी करने लई तैयार हाँ, मेरी बच्ची विआहण दे योग है, पर बादशाह एक बेनती है, मैं सच दसना चाहुंदा। कहण लगे बोलो। वो बजुर्ग कहंदा महाराज मेरी बच्ची ना घर का सारा काम कर लैंदी, रोटी टुक भोजन प्रशादा कपड़ा लीड़ा सब कुछ आउंदा है, पर ना बचपन तो थोड़ी जी उन्होंने मत घट है, थोड़ी जी अकल घट है, इसलिए उन्होंने शरीका महला पिंड वाले मत्थो मत्थो कह के बुलाते हैं, थोड़ी जी मत घट है, काम घर का सारा ही आउंदा है। श्री गुरु अमरदास महाराज खुश होकर बोले, कहते साध साध शाबाश शाबाश, भाई तू सच बोले। पता क्यों? ये रिश्ते करन लगे कदे झूठ नहीं बोलना चाहिए, ये पूरी जिंदगी का सवाल है। जिहड़े लोग पुत धी का रिश्ता करन लगे ओला रख के झूठ बोलते हैं, बच्चों की सारी जिंदगी कई बार नरक बन जाती। बिल्कुल साफ दसना चाहिए, किसी चीज़ का ओला लुको नहीं रखना चाहिए। और जदों उन्हें सच बोले पातशाह खुश हो गए, कह लगे भाई कित्थे है तेरी बच्ची? उन्हें कहा जी मामा धीयां लंगर में सेवा कर दियाँ। हजूर ने कहा बुला के लियाओ। वो भज के गया अपने घर वाली नूं, कहंदा छेती चलो, अपनी मत्थो का रिश्ता करन लगे गुरु अमरदास महाराज, अपनी मत्थो की शादी करनगे गुरु अमरदास महाराज। दोवें मावां धीयां लंगर चों नाल आ गईयां। जदों आके मत्था टेकिया, श्री गुरु अमरदास महाराज तखत तो बैठे बोले, कहते भाई आ लड़का है, ये बच्चे नाल शादी करनी है, दसो भाई तुहानूं मंजूर है? तो बीबी ने हाथ जोड़ के कहा महाराज ठीक है, लोग मेरी मत्थों नूं घट मत वाली कहिंदे ने, लोकी कहिंदे ने मेरी धी नूं अकल घट है, मत घट है, पर मैनूं रोटी टुक भोजन प्रशादा सारे काम सिखाए ने। महाराज लोकां वास्ते होएगी मेरी मत्थों नूं मत घट है, मेरे वास्ते तो मेरी धी राणी है, सब तो सियाणी है। मावां वास्ते धीयां सियाणियां हुंदियां ने। साथ संगत मां नहीं कदे अपनी धी च नुक्स कढदी, मावां वास्ते धीयां राणियां भी हुंदियां ने, धीयां सियाणियां भी हुंदियां ने। मैं एक बेनती करा, अज दियां धीयां नूं कदे पुछ के वेखियो, अज दियां मावां ओहदे मोहरियों चाह दा कॉफी दा कप चुकदियां ने, रोटी दे भांडे चुकदियां ने, मेरी धी पढ़ रही है, मेरी धी पढ़दी है, जूठे भांडे भी मोहरियों मां चुकदी है। मावां वर्गा प्यार कदे नहीं मिल सकता। तुसीं भज लो दुनिया में जिथे मर्जी, कोई बंदा कवे जी नहीं मैनूं बहुत कुछ मिले है, सज्जनों मुल सब कुछ मिल सकता, पर मां मुल नहीं मिल सकती, मां का प्यार नहीं मुल मिल सकता। खैर अज जदों वो मां ने कहा, मां का दिल बोलिया, कहनी महाराज लोकी कहते ने मेरी मत्थों नूं मत घट है, मेरे वास्ते तो मेरी धी सियाणी है, राणी है। पातशाह
ਜਿਹਦੇ ਨਾਲ ਸ਼ਾਦੀ ਕਰਨ ਨੂੰ ਕਹਿੰਦੇ ਹੋ, ਇਹਦਾ ਕੋਈ ਪਿੰਡ ਪਤਾ, ਕੋਈ ਮਾਂ ਪਿਓ, ਕੋਈ ਘਰ-ਬਾਰ, ਕੋਈ ਜ਼ਮੀਨ ਜਾਇਦਾਦ, ਘਰ-ਬਾਰ ਕੁਝ ਤਾਂ ਹੋਵੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਹੁਣ ਉਹਦੇ ਵੱਲ ਵੇਖਦੇ ਨੇ ਜਿਹਦਾ ਕੋਡ ਠੀਕ ਕੀਤਾ। ਕਹਿੰਦੇ ਬੇਟੇ ਦੱਸ ਬਈ ਕਾਕਾ, ਤੇਰਾ ਪਿੰਡ ਪਤਾ ਪੁੱਛ ਰਹੇ ਨੇ, ਦੱਸ ਭਾਈ ਤੇਰਾ ਘਰ-ਬਾਰ ਪੁੱਛ ਰਹੇ ਨੇ, ਤੇਰੇ ਮਾਂ ਪਿਓ ਬਾਰੇ ਪੁੱਛਦੇ ਨੇ, ਦੱਸ। ਮਾਂ ਪਿਓ ਧੀਆਂ ਵਾਲਿਆਂ ਨੂੰ ਪੁੱਛਣਾ ਜ਼ਰੂਰੀ ਹੈ, ਪੁੱਛਣਾ ਚਾਹੀਦਾ। ਆਪਣੀ ਧੀ ਵਿਆਹਣੀ ਹੈ, ਜ਼ਰੂਰ ਪੁੱਛਣਾ ਚਾਹੀਦਾ। ਪਾਤਸ਼ਾਹ ਕਹਿੰਦੇ ਭਾਈ ਪੁੱਛਦੇ ਨੇ ਤੇਰੇ ਬਾਰੇ, ਦੱਸ ਤੇਰਾ ਮਾਂ ਪਿਓ ਘਰ-ਬਾਰ ਪੁੱਛਦੇ ਨੇ, ਦੱਸੋ। ਉਹ ਰੋਣ ਲੱਗ ਪਿਆ। ਉਹਨੇ ਕਿਹਾ ਮਹਾਰਾਜ ਮੇਰਾ ਕੋਈ ਹੁੰਦਾ ਤੇ ਮੇਰਾ ਇਲਾਜ ਨਾ ਕਰਾਉਂਦਾ। ਮਹਾਰਾਜ ਮੇਰਾ ਕੋਈ ਘਰ-ਬਾਰ, ਕੋਈ ਮਾਂ ਪਿਓ, ਪਿੰਡ ਪਤਾ ਨਹੀਂ, ਮੇਰਾ ਤਾਂ ਸਭ ਕੁਝ ਤੁਸੀਂ ਹੋ। ਜਦੋਂ ਇੰਨਾ ਕਹਿ ਕੇ ਉਹ ਗਰੀਬ ਰੋ ਪਿਆ, ਸ੍ਰੀ ਗੁਰੂ ਅਮਰਦਾਸ ਮਹਾਰਾਜ ਤਖਤ ਤੋਂ ਉੱਠੇ, ਪਿਆਰ ਨਾਲ ਕਲਾਵੇ ਵਿੱਚ ਲੈ ਕੇ ਕਹਿੰਦੇ ਵਸ ਪ੍ਰੇਮਿਆ ਹੁਣ ਰੋ ਨਾ। ਹਜ਼ੂਰ ਨੇ ਸਾਹਮਣੇ ਖਲੋਤੇ ਉਹਨਾਂ ਦੋਵਾਂ ਜੀਆਂ ਤੇ ਉਹਦੀ ਬੱਚੀ ਵੱਲ ਵੇਖ ਕੇ ਕਿਹਾ ਭਾਈ ਗੱਲ ਸੁਣੋ, ਪ੍ਰੇਮੇ ਦਾ ਤੁਹਾਨੂੰ ਘਰ-ਬਾਰ, ਜ਼ਮੀਨ ਜਾਇਦਾਦ, ਮਾਂ ਪਿਓ ਚਾਹੀਦਾ ਨਾ। ਕਹਿੰਦੇ ਸੁਣੋ, ਅੱਜ ਤੋਂ ਬਾਅਦ ਪ੍ਰੇਮੇ ਦਾ ਘਰ ਵੀ ਗੁਰੂ ਅਮਰਦਾਸ, ਪ੍ਰੇਮੇ ਦੀ ਜ਼ਮੀਨ ਜਾਇਦਾਦ ਵੀ ਗੁਰੂ ਅਮਰਦਾਸ, ਪ੍ਰੇਮੇ ਦੀ ਮਾਂ ਵੀ ਗੁਰੂ ਅਮਰਦਾਸ ਤੇ ਪ੍ਰੇਮੇ ਦਾ ਪਿਓ ਵੀ ਗੁਰੂ ਅਮਰਦਾਸ। ਦੱਸੋ ਰਿਸ਼ਤਾ ਕਰਨਾ ਕਿ ਨਹੀਂ ਕਰਨਾ? ਉਹ ਦੋਵੇਂ ਜੀ ਹੱਥ ਜੋੜ ਕੇ ਰੋ ਪਏ, ਮਹਾਰਾਜ ਜਿਹਦਾ ਸਭ ਕੁਝ ਤੁਸੀਂ, ਉਹਨੂੰ ਕਿਉਂ ਨਹੀਂ ਰਿਸ਼ਤਾ ਕਰਨਾ? ਮਹਾਰਾਜ ਸਾਡਾ ਵੀ ਸਭ ਕੁਝ ਤੁਸੀਂ ਹੋ, ਇਹ ਧੀ ਵੀ ਤੁਹਾਡੀ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਬਾਬਾ ਬੁੱਢਾ ਸਾਹਿਬ ਸ਼ਾਦੀ ਕਰਾਓ ਦੋਵਾਂ ਦੀ। ਉਸੇ ਵਕਤ ਦੋਵਾਂ ਦੇ ਆਨੰਦ ਕਾਰਜ ਸ਼ਾਦੀ ਹੋਈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਦੋਵਾਂ ਦੇ ਸਿਰ ਤੇ ਹੱਥ ਰੱਖਿਆ। ਅੱਜ ਨਿਮਾਣਿਆਂ ਦੇ ਮਾਣ ਸਤਿਗੁਰੂ ਬੋਲੇ, ਕਹਿੰਦੇ ਲੈ ਧੀਏ, ਅੱਜ ਤੱਕ ਲੋਕੀ ਤੈਨੂੰ ਘੱਟ ਮੱਤ ਵਾਲੀ ਮੱਥੋ ਮੱਥੋ ਕਹਿੰਦੇ ਰਹੇ, ਜਾ ਗੁਰੂ ਨਾਨਕ ਦੇ ਘਰੋਂ ਤੈਨੂੰ ਇੰਨੀ ਮੱਤ ਬਖਸ਼ੀ, ਵਕਤ ਆਏਗਾ ਦੁਨੀਆ ਤੇਰੇ ਕੋਲੋਂ ਅਕਲ ਲੈ ਕੇ ਆਪਣਾ ਜਨਮ ਸਫਲ ਕਰੇਗੀ। ਪਾਤਸ਼ਾਹ ਨੇ ਪਹਿਲੀ ਪ੍ਰਚਾਰਕ ਮੰਜੀ ਤੇ ਪੀੜਾ ਮੱਥੋ ਤੇ ਮੁਰਾਰੀ ਦੇ ਨਾਮ ਬਖਸ਼ਿਆ। ਕਹਿੰਦੇ ਜਾਓ ਧਰਮਸ਼ਾਲ ਭੈਰੋਵਾਲ ਚਲੇ ਜਾਓ, ਭੈਰੋਵਾਲ ਦੀ ਧਰਮਸ਼ਾਲ ਵਿੱਚ ਬਹਿ ਕੇ ਸਿੱਖੀ ਦਾ ਪ੍ਰਚਾਰ ਕਰੋ। ਵਕਤ ਆਏਗਾ ਦੁਨੀਆ ਤੁਹਾਨੂੰ ਪੂਜੇਗੀ, ਤੁਹਾਡੀ ਕੁੱਲ ਵੰਸ਼ ਸ੍ਰੀ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜੀ ਰਹੇਗੀ। 7ਵੇਂ ਪਾਤਸ਼ਾਹ ਤੱਕ ਉਹਨਾਂ ਦੀ ਸਿੱਖੀ ਚੱਲੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਅੱਜ ਨਿਮਾਣਿਆਂ ਦੇ ਮਾਣ ਨੇ, ਘਰਿਆਂ ਦੇ ਘਰ ਸਤਿਗੁਰ ਨੇ ਉਹਨਾਂ ਉੱਤੇ ਮਹਾਨ ਬਖਸ਼ਿਸ਼ ਕੀਤਾ। ਉਦਣ ਲੋਕੀ ਕਹਿੰਦੇ ਸੀ ਵਾਹ ਗੁਰੂ ਅਮਰਦਾਸ ਮਹਾਰਾਜ, ਵਾਕੇ ਤੂੰ ਨਿਮਾਣਿਆਂ ਦਾ ਮਾਣ ਤੇ ਨਿਤਾਣਿਆਂ ਦਾ ਤਾਣ ਹੈ। ਉਦਣ ਦੁਨੀਆ ਕਹਿੰਦੀ ਸੀ ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਅੱਛਾ ਗੱਲ ਇੱਥੇ ਖਤਮ ਨਹੀਂ ਹੋਈ, ਹੁਣ ਜਿਹੜੀ ਵੱਡੀ ਗੱਲ ਸੁਣਿਓ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਕੋਈ ਵੀ ਇਹ ਕਹਿ ਸਕਦਾ ਸੀ ਮਹਾਰਾਜ ਧੀ ਵੀ ਕਿਸੇ ਦੀ ਸੀ, ਪੁੱਤ ਵੀ ਕਿਸੇ ਦਾ ਸੀ, ਤੁਸੀਂ ਸ਼ਾਦੀ ਕਰਾਤੀ। ਧੀ ਕਿਸੇ ਦੀ ਸੀ, ਪੁੱਤ ਕਿਸੇ ਦਾ ਸੀ, ਤੁਸੀਂ ਕਹਿ ਦਿੱਤਾ, ਜਾਮਣੀ ਪਾ ਕੇ ਵਡਿਆਈ ਦੇ ਕੇ ਸ਼ਾਦੀ ਕਰਾ। ਜਿੱਦਣ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਧੀ ਦਾ ਰਿਸ਼ਤਾ ਕਰਨਾ ਸੀ, ਉਦਣ ਧੰਨ ਗੁਰੂ ਅਮਰਦਾਸ ਮਹਾਰਾਜ ਜਿਹਦੇ ਦਰਬਾਰ ਵਿੱਚ ਅਕਬਰ ਬਾਦਸ਼ਾਹ ਆ ਕੇ ਰੋਟੀ ਖਾਂਦਾ। ਅਕਬਰ ਬਾਦਸ਼ਾਹ 3 ਵਾਰ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਚ ਆ ਕੇ ਪ੍ਰਸ਼ਾਦਾ ਛਕ ਕੇ ਗਿਆ। ਪਹਿਲੇ ਵਾਰ ਆਇਆ 3 ਦਿਨ ਰਹਿ ਕੇ ਗਿਆ, ਦੂਜੀ ਵਾਰ ਆਇਆ ਚੌਹਾਲ ਦਾ ਪਟਾ ਜ਼ਮੀਨ ਲਿਖ ਗਿਆ ਗੁਰੂ ਅਮਰਦਾਸ ਮਹਾਰਾਜ ਦੇ ਘਰ ਦੇ ਨਾਲ। ਸਾਧ ਸੰਗਤ ਜਿਹਦੇ ਦਰਬਾਰ 'ਚ ਦਿੱਲੀ ਦਾ ਬਾਦਸ਼ਾਹ ਆਉਂਦਾ ਹੋਵੇ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅੱਜ ਜਦੋਂ ਆਪਣੀ ਬੱਚੀ ਦਾ ਰਿਸ਼ਤਾ ਕਰਨਾ ਸੀ ਨਾ, ਭਰੇ ਦਰਬਾਰ ਵਿੱਚ ਪਾਤਸ਼ਾਹ ਨੇ ਬਾਬੇ ਬੁੱਢਾ ਸਾਹਿਬ ਨੂੰ ਬੁਲਾਇਆ। ਕਹਿੰਦੇ ਬਾਬਾ ਬੁੱਢਾ ਸਾਹਿਬ, ਉਹ ਆਪਣੇ ਕੋਲ ਜੇਠਾ ਨਹੀਂ ਜਿਹੜਾ ਘੁੰਗੜੀਆਂ ਵੇਚਦਾ, ਜਿਹੜਾ ਸੇਵਾ ਕਰਦਾ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਜੇਠੇ ਦੀ ਨਾਨੀ ਨੂੰ ਸੱਦ ਕੇ ਲਿਆਓ। ਤੁਹਾਨੂੰ ਜੇਠੇ ਦੀ ਨਾਨੀ ਦਾ ਘਰ ਪਤਾ ਹੈ? ਬਾਬੇ ਬੁੱਢੇ ਨੇ ਕਿਹਾ ਹਾਂ ਮਹਾਰਾਜ। ਤੁਸੀਂ ਤਾਂ ਉਹਨੂੰ ਛੰਨ ਪਵਾ ਕੇ ਦਿੱਤੀ ਹੈ, ਸ਼ਤੀਰੀਆਂ ਦੇ ਕੇ ਕੰਨਿਆਂ ਦੀ ਛੰਨ ਪਵਾਈ ਹੈ। ਮਹਾਰਾਜ ਲਹਿੰਦੇ ਪਾਸੇ ਅੰਬੋ ਦਾ ਘਰ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ, ਕਹਿੰਦੇ ਜਾਓ ਫਿਰ ਉਹਦੀ ਨਾਨੀ ਨੂੰ ਬੁਲਾ ਕੇ ਲਿਆਓ। ਚਲੇ ਗਏ, ਜਾ ਕੇ ਬੁੱਢੜੀ ਮਾਈ ਨੂੰ ਕਿਹਾ ਬਾਬਾ ਬੁੱਢਾ ਸਾਹਿਬ ਨੇ, ਮਾਤਾ ਤੈਨੂੰ ਗੁਰੂ ਅਮਰਦਾਸ ਸਾਹਿਬ ਨੇ ਬੁਲਾਇਆ। ਤੇ ਸਾਧ ਸੰਗਤ ਭਾਈ ਜੇਠੇ ਦੀ ਨਾਨੀ ਹੱਥ ਜੋੜ ਕਹਿੰਦੀ ਹੈ ਬਾਬਾ ਬੁੱਢਾ ਮੈਨੂੰ ਕਿਉਂ ਬੁਲਾਇਆ? ਕਹਿਣਗੇ ਪਤਾ ਨਹੀਂ, ਤੇਰੇ ਦੋਤੇ ਬਾਰੇ ਕੋਈ ਗੱਲ ਕਰਨੀ ਹੈ। ਇੰਨਾ ਕਿਹਾ ਜੇਠੇ ਦੀ ਨਾਨੀ ਨੂੰ ਬੁਲਾ ਕੇ ਲਿਆਓ, ਕੋਈ ਗੱਲ ਕਰਨੀ, ਤੇਰੇ ਦੋਤਰੇ ਬਾਰੇ ਕੋਈ ਗੱਲ ਕਰਨੀ ਹੈ। ਉਦਣ ਸਾਧ ਸੰਗਤ ਤੋਂ ਬੁੱਢੜੀ ਮਾਈ ਤੁਰ ਤਾਂ ਪਈ,
ਤੇ ਬਾਬੇ ਬੁੱਢੇ ਨੂੰ ਕਹਿੰਦੀ ਹੈ ਮੇਰੇ ਦੋਤੇ ਤੋਂ ਕੋਈ ਗਲਤੀ ਤੇ ਨਹੀਂ ਹੋ ਗਈ? ਬਿਨਾਂ ਮਾਂ ਪਿਓ ਤੋਂ ਪਲਿਆ, 2 ਸਾਲ ਦਾ ਸੀ ਜਿੱਦਣ ਮਾਂ ਮਰ ਗਈ, 7 ਸਾਲ ਦਾ ਸੀ ਜਿੱਦਣ ਪਿਓ ਮੁੱਕ ਗਿਆ, 7 ਸਾਲ ਦੀ ਉਮਰ ਸੀ ਜਿੱਦਣ ਮੈਂ ਦਿਲ ਤੇ ਪੱਥਰ ਰੱਖ ਕੇ ਆਪਣੇ ਦੋਤੇ ਦੇ ਸਿਰ ਤੇ ਛਾਬਾ ਧਰ ਕੇ ਘੁੰਗਣੀਆਂ ਵਾਲ ਕੇ ਛੋਲੇ 'ਚ ਪਾ ਕੇ ਕਿਹਾ, ਜਾ ਪੁੱਤ ਏਦਾਂ ਆਵਾਜ਼ ਦੇਈਂ ਗਲੀ ਗਲੀ, ਘੁੰਗਣੀਆਂ ਲੈ ਲਓ, ਕੋਈ ਘੁੰਗਣੀਆਂ ਲੈ ਲਓ, ਮੇਰੇ ਦੋਤੇ ਤੋਂ ਕੋਈ ਗਲਤੀ ਤੇ ਨਹੀਂ ਹੋ ਗਈ? ਬਾਬੇ ਬੁੱਢੇ ਨੇ ਕਿਹਾ, ਮਾਈ ਮੈਨੂੰ ਨਹੀਂ ਪਤਾ, ਪਰ ਤੈਨੂੰ ਗੁਰੂ ਅਮਰਦਾਸ ਸਾਹਿਬ ਨੇ ਸੱਦਿਆ। ਭਰੇ ਸੰਗਤ ਦੇ ਦਰਬਾਰ ਵਿੱਚ ਮਾਈ ਆਈ, ਸ੍ਰੀ ਗੁਰੂ ਅਮਰਦਾਸ ਮਹਾਰਾਜ ਅੱਗੇ ਹੱਥ ਜੋੜ ਕੇ ਕਹਿੰਦੀ ਹੈ, ਮਹਾਰਾਜ ਜੇ ਮੇਰੇ ਦੋਤੇ ਤੋਂ ਕੋਈ ਗਲਤੀ ਹੋ ਗਈ ਮਾਫ ਕਰ ਦਿਓ। ਮਹਾਰਾਜ ਬਿਨਾਂ ਮਾਂ ਪਿਓ ਤੋਂ ਪਲਿਆ, 2 ਸਾਲ ਦਾ ਸੀ ਜਿੱਦਣ ਮਾਂ ਮਰ ਗਈ, ਤੁਸੀਂ ਗਲ ਨਾਲ ਲਾਇਆ, ਅੱਜ ਵੱਡਾ ਹੋ ਗਿਆ, ਜਵਾਨ ਹੋ ਗਿਆ, 18 ਸਾਲਾਂ ਦਾ ਹੋ ਚੱਲੇ, ਮਹਾਰਾਜ ਜੇ ਕੋਈ ਗਲਤੀ ਹੋ ਗਈ ਮਾਫ ਕਰ ਦਿਓ। ਗੁਰੂ ਅਮਰਦਾਸ ਮਹਾਰਾਜ ਬੋਲੇ, ਕਹਿੰਦੇ ਤੇਰੇ ਦੋਤੇ ਤੋਂ ਕੋਈ ਗਲਤੀ ਨਹੀਂ ਹੋਈ, ਨਾ ਤੇਰੇ ਦੋਤੇ ਤੋਂ ਕੋਈ ਗਲਤੀ ਹੋ ਸਕਦੀ ਹੈ। ਤੈਨੂੰ ਪਤਾ ਕਿਉਂ ਬੁਲਾਇਆ? ਕਹਿੰਦੇ ਮਹਾਰਾਜ ਕਿਉਂ? ਸੱਚੇ ਪਾਤਸ਼ਾਹ ਬੋਲੇ, ਕਹਿੰਦੇ ਅੰਬੋ ਮਾਈ ਨੂੰ ਮਾਈ, ਤੇਰੇ ਦੋਤਰੇ ਨਾਲ ਅਸੀਂ ਆਪਣੀ ਛੋਟੀ ਧੀ ਭਾਨੀ ਦੀ ਸ਼ਾਦੀ ਕਰਨੀ ਚਾਹੁੰਦੇ, 10 ਰਿਸ਼ਤਾ ਪ੍ਰਵਾਨ ਹੈ। ਉਦੋਂ ਦੁਨੀਆ ਹੱਥ ਜੋੜ ਕੇ ਕਹਿੰਦੀ ਸੀ, ਹੇ ਗੁਰੂ ਅਮਰਦਾਸ ਮਹਾਰਾਜ, ਆਹ ਕਥਾ ਕਥਨ ਤੋਂ ਬਾਹਰ ਹੈ। ਪਤਾ ਕਿਉਂ? ਜਿਹਦੀ ਦਿੱਲੀ ਦੇ ਬਾਦਸ਼ਾਹ ਨਾਲ ਬਹਿਣੀ ਉੱਠਣੀ ਹੋਵੇ, ਉਹ ਆਪਣੀ ਧੀ ਦੀ ਸ਼ਾਦੀ ਇੱਕ ਕੁੱਲੀ ਵਿੱਚ ਰਹਿਣ ਵਾਲੇ ਨਾਲ ਕਰ ਰਿਹਾ, ਘੁੰਗਣੀਆਂ ਵੇਚਣ ਵਾਲੇ ਨਾਲ ਆਪਣੀ ਧੀ ਦੀ ਸ਼ਾਦੀ ਕਰਨ ਲੱਗੇ ਨੇ ਗੁਰੂ ਅਮਰਦਾਸ ਮਹਾਰਾਜ। ਸਾਧ ਸੰਗਤ, ਨਹੀਂ ਤਾਂ ਹਰ ਪਿਓ ਸੋਚਦਾ ਮੇਰੀ ਧੀ ਦਾ ਘਰ ਵੱਡਾ ਹੋਣਾ ਚਾਹੀਦਾ, ਮੈਂ ਕਿਸੇ ਅਮੀਰ ਘਰ ਵਿੱਚ ਧੀ ਵਿਆਹਾਂਗਾ, ਪਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਦੁਨੀਆ ਇਹ ਨਾ ਕਵੇ। ਪਾਤਸ਼ਾਹ ਵਿਆਹਣ ਤੇ ਆਉਂਦੇ ਨੇ, ਮੱਥੋਂ ਨੂੰ ਕੋੜੀ ਨਾਲ ਵਿਆਹ ਕੇ ਮੱਥੋਂ ਤੇ ਮੁਰਾਰੀ ਦੀ ਵਡਿਆਈ ਦਿੰਦੇ ਨੇ। ਅੱਜ ਜਦੋਂ ਪਾਤਸ਼ਾਹ ਨੇ ਮਾਣ ਦਿੱਤਾ, ਲੋਕੀ ਕਹਿੰਦੇ ਘੁੰਗਣੀਆਂ ਵੇਚਣ ਵਾਲੇ ਨੂੰ। ਨਾ ਗੁਰੂ ਅਮਰਦਾਸ ਮਹਾਰਾਜ ਨੇ ਘਰ ਵੇਖਿਆ, ਨਾ ਗੁਰੂ ਅਮਰਦਾਸ ਮਹਾਰਾਜ ਨੇ ਕੋਈ ਕੰਮ ਕੀਤਾ ਵੇਖਿਆ। ਧੰਨ ਗੁਰੂ ਅਮਰਦਾਸ ਮਹਾਰਾਜ ਬੋਲੇ, ਕਹਿੰਦੇ ਮਨਸਾ ਦੇਵੀ, ਇਸ ਰਿਸ਼ਤੇ ਤੋਂ ਆਪਾਂ ਇਨਕਾਰ ਨਹੀਂ ਕਰਨਾ। ਇਹ ਭਾਈ ਜੇਠੇ ਦਾ ਘਰ ਛੋਟਾ ਨਾ ਸਮਝਿਓ, ਜੇਠੇ ਦਾ ਘਰ ਇੱਕ ਦਿਨ ਇੰਨਾ ਵੱਡਾ ਬਣਨਾ, ਕੁੱਲ ਦੁਨੀਆ ਹੱਥ ਜੋੜ ਕੇ ਕਹੇਗੀ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਉਹ ਘਰ ਬਹੁਤ ਵੱਡਾ ਬਣਨਾ, ਇਹਦੇ ਘਰ ਵਰਗਾ ਕੋਈ ਘਰ ਨਹੀਂ ਹੋਣਾ। ਪਾਤਸ਼ਾਹ ਨੇ ਬੁੱਢੜੀ ਮਾਈ ਨੂੰ ਕਿਹਾ, ਕਹਿੰਦੇ ਤੇਰੇ ਦੋਤੇ ਨਾਲ ਸ਼ਾਦੀ ਕਰਨੀ ਅਸੀਂ ਆਪਣੀ ਛੋਟੀ ਧੀ ਦੀ, ਦੱਸ ਤੈਨੂੰ ਰਿਸ਼ਤਾ ਪ੍ਰਵਾਨ ਹੈ? ਉਹ ਮਾਈ ਨੇ ਅੱਖਾਂ ਭਰ ਕੇ ਹੱਥ ਜੋੜ ਕੇ ਕਿਹਾ, ਮਹਾਰਾਜ ਇੰਨਾ ਮਾਣ ਦੇ ਰਹੇ ਹੋ, ਮੈਨੂੰ ਤਾਂ ਉਹ ਦਿਨ ਚੇਤੇ ਆਉਂਦਾ ਜਿੱਦਣ ਮੈਂ ਦੋਤਰੇ ਦੇ ਕੱਪੜੇ ਗਠੜੀ ਬਨ ਕੇ ਲਾਹੌਰੋਂ ਤੁਰੀ ਸੀ। ਕਿਸੇ ਤਾਈ ਚਾਚੀ ਨੇ ਆਵਾਜ਼ ਦੇ ਕੇ ਨਹੀਂ ਕਿਹਾ, ਜਿੱਥੇ ਸਾਡੇ ਬੱਚੇ ਰੋਟੀ ਖਾਣਗੇ ਜੇਠਾ ਵੀ ਖਾ ਲੇਗਾ। ਸਭ ਨੇ ਘਰੋਂ ਕੱਢਿਆ, ਲੋਕੀ ਯਤੀਮ ਕਹਿੰਦੇ ਸੀ, ਅਨਾਥ ਕਹਿੰਦੇ ਸੀ। ਅੱਜ ਦਾਤਿਆ ਯਤੀਮਾਂ ਨੂੰ ਮਾਣ ਦਿੱਤਾ, ਗਰੀਬ ਦੀ ਕੁੱਲੀ ਨਹੀਂ ਵੇਖੀ, ਕਿਰਤ ਨਹੀਂ ਵੇਖੀ, ਐਡਾ ਵੱਡੇ ਘਰ ਨਾਲ ਰਿਸ਼ਤਾ। ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਬਚਨ ਕਹੇ, ਕਹਿੰਦੇ ਮਾਈ ਤੇਰਾ ਜੇਠਾ ਵਾਕਿਆ ਹੀ ਜੇਠਾ ਹੈ। ਜੇਠੇ ਦਾ ਅਰਥ ਹੁੰਦਾ ਵੱਡਾ। ਕਹਿੰਦੇ ਜੇ ਤੇਰਾ ਜੇਠਾ ਇੱਕ ਦਿਨ ਇੰਨਾ ਵੱਡਾ ਬਣਨਾ, ਅਸੀਂ ਜੇਠੇ ਦੀ ਕੁੱਲੀ ਨਹੀਂ ਵੇਖੀ, ਉਹ ਘਰ ਨਜ਼ਰ ਆਉਂਦਾ ਜਿਸ ਘਰ ਨੂੰ ਕੁੱਲ ਦੁਨੀਆ ਮੱਥਾ ਟੇਕੇਗੀ। ਜੇਠੇ ਦੇ ਸਿਰ ਤੇ ਘੁੰਗਣੀਆਂ ਦਾ ਛਾਬਾ ਨਹੀਂ, ਜੇਠੇ ਦੇ ਸਿਰ ਉੱਤੇ ਸੁਨਹਿਰੀ ਛਤਰ ਨਜ਼ਰ ਆ ਰਿਹਾ ਹੈ। ਇੱਕ ਦਿਨ ਗੁਰਿਆਈ ਦਾ ਛਤਰ ਝੂਲਣੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਤਰੁੱਠ ਕੇ ਫਿਰ ਰਿਸ਼ਤਾ ਕੀਤਾ। ਉਸੇ ਵਕਤ ਆਵਾਜ਼ ਦੇ ਕੇ ਕਿਹਾ, ਬਾਬਾ ਬੁੱਢਾ ਸਾਹਿਬ ਸਗਨ ਦਾ ਸਮਾਨ ਲਿਆਓ। ਆਪਣੀ ਧੀ ਤੇ ਭਾਈ ਜੇਠੇ ਨੂੰ ਸਾਹਮਣੇ ਬਿਠਾਇਆ, ਭਰੀ ਸੰਗਤ ਵਿੱਚ ਬੁੱਕਾਂ ਭਰ ਕੇ ਸਗਨ ਪਾਇਆ। ਉਦਣ ਰੋਂਦਿਆਂ ਨਾਨੀ ਕਹਿੰਦੀ ਸੀ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ ਮੱਥੇ ਛਤਰ ਤਰੇ। ਤੇਰੇ ਤੋਂ ਬਗੈਰ ਇੰਨਾ ਪਿਆਰ ਕੋਈ ਨਹੀਂ ਕਰ ਸਕਦਾ। ਸਾਧ ਸੰਗਤ, ਤਾਈਓ ਦੁਨੀਆ ਕਹਿੰਦੀ ਸੀ, ਗੁਰੂ ਅਮਰਦਾਸ ਮਹਾਰਾਜ ਤੇਰੀ ਵਡਿਆਈ ਤੇਰੇ ਨਾਲ ਹੀ ਦਿੱਤੀ ਜਾ ਸਕਦੀ, ਕਿਸੇ ਚੀਜ਼ ਨਾਲ ਤਸ਼ਵੀਹ ਨਹੀਂ ਦਿੱਤੀ ਜਾ ਸਕਦੀ। ਸਮੁੰਦਰ ਦੀਆਂ ਲਹਿਰਾਂ ਗਿਣੀਆਂ ਜਾ ਸਕਦੀਆਂ ਨੇ, ਵਸੰਤ ਦੀ ਰੁੱਤ ਦੇ ਖਿੜੇ ਫੁੱਲ ਗਿਣੇ ਜਾ ਸਕਦੇ ਨੇ। ਯਾਦ ਰੱਖਿਓ, ਆਕਾਸ਼ ਵਿੱਚੋਂ ਡਿੱਗਦੀਆਂ ਹੋਈਆਂ ਬਾਰਿਸ਼ ਦੀਆਂ ਬੂੰਦਾਂ ਗਿਣੀਆਂ ਜਾ ਸਕਦੀਆਂ ਨੇ, ਪਰ ਧੰਨ ਗੁਰੂ ਅਮਰਦਾਸ ਤੇਰੀ ਵਡਿਆਈ ਗਿਣੀ ਨਹੀਂ ਜਾ ਸਕਦੀ। ਗੁਰੂ ਅਮਰਦਾਸ ਕੀ ਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਤਾਈਓ ਭੱਟ ਸਾਹਿਬਾਨਾਂ ਕਿਹਾ, ਘਨ ਹਰ ਬੂੰਦ ਵਸੋ ਰੋਮਾਵਲ,
कुसुम वसंत गनंत न आवे, रव सस करण उदर सागर को गंग तरंग अंत को पावे। रुद्र ध्यान ज्ञान सतगुर के, कब जन भल उन्हें जो गावे। भले अमरदास गुण तेरे, तेरी उपमा तोहे बनावे। एक बार चित जोड़ के कहो, तेरी उपमा तोहे बन आवे, तेरी उपमा तोहे बन आवे, तेरी उपमा तोहे बन आवे, तेरी उपमा तोहे। भले अमरदास गुण तेरे, भले अमरदास गुण तेरे, भले अमरदास गुण, भले अमरदास गुण तेरे। तेरी उपमा तोहे बन आवे, तेरी उपमा तोहे बन आवे, तेरी उपमा तोहे बन, तेरी उपमा तोहे बन आवे। आखो सतनाम श्री। फिर ओहियो धन गुरु अमरदास महाराज, जिन्हां बारे भट्टां कहा गुरु अमरदास की कथ कथा है, एक जी कश कही ना जाई। उस गुरु अमरदास महाराज के चरनां च भाई जेठा गुरु रामदास साहब महाराज ने सेवा की। साध संगत नाता जान के नहीं सेवा की, कदे भी सेवा विच अपना रिश्ता नहीं होने दिता कि मैं तो इस घर का दमाद है, मैं इस घर का जवाई हाँ। नहीं, जिस दिन तो गुरु रामदास महाराज की शादी हो गई, उस दिन तो गुरु रामदास महाराज ने संगत विच बोलना बंद कर दिता। जिस दिन तो गुरु रामदास महाराज की उस घर में शादी हो गई, उस दिन तो गुरु रामदास महाराज दी नज़रां कदे उपर नहीं उठियां, सिर कदे सीस उपर नहीं उठिया, सब विच सिर झुकिया रहना, अंदरों अंदर शुकराना गुरु ते गुरु की संगत दा करते रहे। उस दिन तो बाद गुरु रामदास कदे बोले नहीं संगत विच। पता क्यों? लोकी ये ना कहण गुरु अमरदास दे घर दा दमाद बन के रो पाउंदा। साध संगत इन्ना अंदर भाव होना चाहिए। जेड़े रिश्ते विच नाते जे गुरु विच आउण लग जाण, फिर नहीं तुसी गुरु तक पहुँच सकते। धन गुरु अमरदास महाराज वेखते रहे, भाई जेठे धन गुरु रामदास साहब ने सेवा की। एक दिन सब विद मान्यो मन, तब ही भयो प्रसन्न, राज जोग तखत दीन गुरु रामदास। जिदन गुरु अमरदास प्रसन्न होए, उदन फिर धन गुरु अमरदास महाराज ने कहा, गुरु रामदास ਜਿਹੜੀਆਂ ਸਾਡੇ ਕੋਲ 12 ਬਖਸ਼ਿਸ਼ਾਂ ਸੀ, ਜਾਂ ਦੁੱਗਣੀਆਂ ਕਰਕੇ ਤੇਰੀ ਝੋਲੀ ਪਾਈਆਂ। ਸਾਡੇ ਕੋਲ 12 ਬਖਸ਼ਿਸ਼ਾਂ ਸੀ, ਜਾਂ ਦੁੱਗਣੀਆਂ ਕਰਕੇ ਤੇਰੀ ਝੋਲੀ ਪਾਈਆਂ। ਅੱਜ ਤੋਂ ਬਾਅਦ ਨਿਮਾਣਿਆਂ ਦੇ ਮਾਣ ਗੁਰੂ ਰਾਮਦਾਸ, ਨਿਤਾਣਿਆਂ ਦੇ ਤਾਹਣ ਗੁਰੂ ਰਾਮਦਾਸ, ਨਿਓਟਿਆਂ ਦੀ ਓਟ ਗੁਰੂ ਰਾਮਦਾਸ, ਨੇ ਗੱਤਿਆਂ ਦੀ ਗੱਤ, ਨੇ ਪੱਤਿਆਂ ਦੀ ਪੱਤ, ਨੇ ਧਿਰਿਆਂ ਦੀ ਧਿਰ, ਨੇ ਲੱਜਿਆਂ ਦੀ ਲੱਜ। ਸ਼੍ਰੀ ਗੁਰੂ ਰਾਮਦਾਸ धन गुरु अमरदास महाराज ने दुगणियां करके बख्शिशां झोली पाइयां। उदन एक गल कही, वक्त आएगा गुरु रामदास तू पूरी सृष्टि तारन का ठेका ले लेंगा एक दिन। मैं दरबार साहब तो बेनती कही, कई बार आपां कहते हैं आपां किहड़ा सारियां दा ठेका लिया जी, असीं सारी दुनिया का ठेका लिया कोई? जे सारी दुनिया का किसी ने ठेका लिया, ये याद रखियो पूरी सृष्टि पूरी दुनिया के लोगों का ठेका गुरु रामदास साहब ने लिया। किसी भी धरती तो कोई बंदा दुख नाल भरिया आ जाए, सारी सृष्टि का ठेका है गुरु रामदास साहब को तारन दा। भट्ट साहबाना बचन लिखिया, फिर कहंदे गुरु अमरदास की कथ कथा है, एक जी कश कही न जाई, सोडी श्रेष्ठ सकल तारण का, अब गुरु रामदास का मिली वडाई। पूरी सृष्टि नूं तारन दी वडियाई श्री गुरु रामदास महाराज नूं मिली। साध संगत उदन फिर कुल दुनिया वेखण आण लग पई, घुंगणियां वेचण वाला चौथा पातशाह किवें हो, जतीम नूं तखत किवें मिल गए, जिन्हों लोग अनाथ जतीम कहंदे सी, अज एडे वड्डे सिंघासन का मालक हो गए। उदन गुरु अमरदास महाराज ने गोइंदवाल साहब कहा, कहते बाबा बुढ़ा साहब
ਅੱਜ ਜੇਠੇ ਦਾ ਇਸ਼ਨਾਨ ਕਰਾ ਕੇ ਨਾ ਆ ਸਾਡੇ ਵਾਲਾ ਚੋਲਾ ਪਵਾ ਕੇ ਲਿਆਓ। ਮਹਾਰਾਜ 7 ਵਜੇ ਬੋਲੀ ਸਾਹਿਬ ਤੇ ਇਸ਼ਨਾਨ ਕਰਾ ਕੇ ਉਹ ਚੋਲਾ ਪਹਿਨਾ ਕੇ ਲਿਆਂਦਾ। ਸੰਗਤ ਵਿੱਚ ਆਏ ਤੇ ਤਖਤ ਖਾਲੀ ਹੈ, ਕਨੇਰੀ ਸੰਗਤ ਬੈਠੀ, ਗੁਰੂ ਅਮਰਦਾਸ ਮਹਾਰਾਜ ਭੋਏ ਬੈਠੇ ਨੇ। ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਨੂੰ ਇਸ਼ਨਾਨ ਕਰਾ ਕੇ ਚੋਲਾ ਪਹਿਨਾ ਕੇ ਲਿਆਂਦਾ, ਗੁਰੂ ਅਮਰਦਾਸ ਮਹਾਰਾਜ ਨੇ ਬਾਹੋਂ ਫੜ ਕੇ ਤਖਤ ਤੇ ਬਿਠਾਇਆ, 5 ਪੈਸੇ ਨਰੇਲ ਧਰ ਕੇ ਮੱਥਾ ਟੇਕ ਪਰਿਕਰਮਾ ਕੀਤੀ। ਬਾਬੇ ਬੁੱਢੇ ਨੂੰ ਕਿਹਾ ਮੱਥਾ ਟੇਕ ਕੇ ਗੁਰਤਾ ਗੱਦੀ ਦਾ ਤਿਲਕ ਦਿਓ। ਬਾਬੇ ਬੁੱਢੇ ਨੇ ਮੱਥਾ ਟੇਕ ਕੇ ਗੁਰਤਾ ਗੱਦੀ ਦਾ ਤਿਲਕ ਦਿੱਤਾ। ਫਿਰ ਗੁਰੂ ਅਮਰਦਾਸ ਮਹਾਰਾਜ ਬੋਲੇ, ਕਨੇਰੀ ਸੰਗਤ ਵਿੱਚ ਉੱਚੀ ਆਵਾਜ਼ ਦੇ ਕੇ ਕਿਹਾ, ਸਭ ਤੋਂ ਪਹਿਲਾਂ ਸੁਣੋ ਮੇਰੇ ਪੁੱਤ, ਭਾਈ, ਭਤੀਜੇ, ਪੁੱਤਰ, ਪੋਤੇ, ਪੜਪੋਤੇ, ਧੀਆਂ, ਜਵਾਈ ਤੇ ਦੋਤੇ, ਪੂਰੇ ਕੁਟੁੰਬ ਨੂੰ ਕਿਹਾ ਅੱਜ ਜਿਹੜਾ ਜਿਹੜਾ ਗੁਰੂ ਰਾਮਦਾਸ ਨੂੰ ਮੱਥਾ ਟੇਕੇਗਾ ਉਹਦਾ ਜਨਮ ਮਰਨ ਖਤਮ ਹੋਏਗਾ। ਪੂਰੇ ਪਰਿਵਾਰ ਨੂੰ ਕਿਹਾ, ਕਿਉਂਕਿ ਜਦੋਂ ਵਿਰੋਧ ਪੈਦਾ ਹੋਣਾ ਸੀ ਪਰਿਵਾਰ 'ਚੋਂ ਹੋਣਾ ਸੀ। ਕਿਸੇ ਪੋਤੇ ਨੇ ਕਹਿਣਾ ਸੀ ਸਾਨੂੰ ਮਿਲਣਾ ਚਾਹੀਦਾ ਸੀ, ਦਾਦੇ ਵਾਲੀ ਗੱਦੀ ਇੱਧਰ ਕਿੱਧਰ ਦੇ ਦਿੱਤੀ, ਸਾਨੂੰ ਮਿਲਣੀ ਚਾਹੀਦੀ ਸੀ। ਪੁੱਤ, ਭਤੀਜੇ, ਪੁੱਤਰ, ਪੋਤੇ, ਪੜਪੋਤੇ, ਧੀਆਂ, ਦੋਤੇ, ਜਵਾਈ, ਸਭ ਨੂੰ ਉੱਚੀ ਆਵਾਜ਼ 'ਚ ਕਿਹਾ ਅੱਜ ਜਿਹੜਾ ਗੁਰੂ ਰਾਮਦਾਸ ਨੂੰ ਗੁਰੂ ਮੰਨ ਕੇ ਮੱਥਾ ਟੇਕੇਗਾ ਉਹਦਾ ਜਨਮ ਮਰਨ ਅੱਜ ਹੀ ਖਤਮ ਹੋਏਗਾ। ਜਿਹੜਾ ਵਕੀਲੀ ਕਰੇਗਾ ਉਹ 84 ਵਿੱਚ ਪੈ ਜਾਏਗਾ, ਉਹਦਾ ਜਨਮ ਮਰਨ ਹੀ ਮਿਟੇਗਾ। ਸਭ ਦੀਆਂ ਵਕੀਲੀਆਂ ਈਰਖਾ ਮਿਟਾ ਦਿੱਤੀ ਗੁਰੂ ਅਮਰਦਾਸ ਮਹਾਰਾਜ ਨੇ। ਪੂਰਾ ਪਰਿਵਾਰ ਪਹਿਲਾਂ ਲਾਈਨ ਲਾ ਕੇ ਖੜ ਗਿਆ ਮੱਥਾ ਟੇਕਣ। ਬਾਬਾ ਬੁੱਢਾ ਸਾਹਿਬ ਤੋਂ ਬਾਅਦ ਪੂਰੇ ਪਰਿਵਾਰ ਨੂੰ ਮੱਥਾ ਟਿਕਾਇਆ ਗੁਰੂ ਅਮਰਦਾਸ ਮਹਾਰਾਜ। ਤਖਤ ਸਿੰਘਾਸਣ ਤੇ ਗੁਰੂ ਰਾਮਦਾਸ ਸਾਹਿਬ ਬੈਠੇ, ਲੰਬਾ ਪ੍ਰਕਾਸ਼ ਦਾੜਾ ਸਿਰ ਝੁਕਿਆ ਹੋਇਆ। ਜਦੋਂ ਗੁਰੂ ਅਮਰਦਾਸ ਸਾਹਿਬ ਨੇ ਮੱਥਾ ਟੇਕਿਆ, ਪਰਤ ਕੇ ਸਿਰ ਨਾਲ ਉੱਪਰ ਚੁੱਕਿਆ, ਉਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਮੱਥਾ ਟੇਕੋ। ਇਹਦੀ ਲਿਖਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਸਤਿਗੁਰੂ ਪ੍ਰਤੱਖ ਹੁੰਦੇ, ਹਾਜ਼ਰ ਹੁੰਦੇ ਆ ਗੁਰੂ ਅਮਰਦਾਸ ਸਾਹਿਬ। ਸਤਿਗੁਰੂ ਪ੍ਰਤੱਖ ਹੁੰਦੇ ਵੈ ਰਾਜ ਆਪ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਤੇ ਸਭ ਨੂੰ ਕਿਹਾ ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਵਕੀਲੀ ਨਿਵੈ ਨਾਈ। ਫਿਰ ਸਤਿਗੁਰੂ ਆਣ ਨਿਭਾਇਆ, ਹਰ ਗੁਰੇ ਭਾਣਾ ਦੀ ਵਡਿਆਈ। ਤੁਰ ਲਿਖਿਆ ਲੇਖ ਰਜਾਏ ਜਿਉ, ਕਹਿ ਸੁੰਦਰ ਸੁਣੋ ਸੰਤੋ। ਸਭ ਜਗਤ ਪੈਰੀ ਪਾਏ ਜਿਉ। ਕਹਿੰਦੇ ਅੱਜ ਕੱਲਾ ਪਰਿਵਾਰ ਨਹੀਂ, ਇੱਕ ਦਿਨ ਵਕਤ ਆਏ ਪੂਰੀ ਦੁਨੀਆ, ਪੂਰਾ ਜਗਤ ਗੁਰੂ ਰਾਮਦਾਸ ਸਾਹਿਬ ਨੂੰ ਮੱਥਾ ਟੇਕੇ। ਸਾਧ ਸੰਗਤ, ਅੱਜ ਦੱਸੋ ਕਿਹੜੇ ਦੇਸ਼ ਦਾ ਪ੍ਰਾਈਮ ਮਿਨਿਸਟਰ ਹੈ ਜਿਹੜਾ ਇੰਡੀਆ ਆਵੇ ਤੇ ਦਰਬਾਰ ਸਾਹਿਬ ਮੱਥਾ ਨਾ ਟੇਕੇ? ਕੁੱਲ ਦੁਨੀਆ ਦੇ ਲੋਕ ਮੱਥਾ ਟੇਕ ਰਹੇ ਨੇ ਗੁਰੂ ਰਾਮਦਾਸ ਸਾਹਿਬ। ਜਦੋਂ ਸਾਰੇ ਪਰਿਵਾਰ ਨੇ ਮੱਥਾ ਟੇਕਿਆ ਨਾ, ਸਭ ਪਵੈ ਪੈਰੀ ਸਤਿਗੁਰੂ ਕੇਰੀ। ਉਸ ਤੋਂ ਬਾਅਦ ਹਜ਼ੂਰ ਨੇ ਕਿਹਾ ਸਾਰੀ ਸੰਗਤ ਹੁਣ ਮੱਥਾ ਟੇਕ ਕੇ ਪਰਿਕਰਮਾ ਕਰੋ। ਲੰਬੀਆਂ ਕਤਾਰਾਂ ਲੱਗ ਗਈਆਂ। ਉਸ ਦਿਨ ਕਨੇਰੀ ਸੰਗਤ ਗੁਰੂ ਅਮਰਦਾਸ ਮਹਾਰਾਜ ਨੇ ਸੱਦੀ ਸੀ। ਸਾਧ ਸੰਗਤ, ਭਾਈ ਸੰਤੋਖ ਸਿੰਘ ਲਿਖਦੇ 3.5 ਘੜੀਆਂ ਸੰਗਤ ਦੀਆਂ ਲਾਈਨਾਂ ਲੱਗੀਆਂ, ਮੱਥਾ ਟੇਕ ਪਰਿਕਰਮਾ ਕਰਦੇ ਰਹੇ। 3.5 ਘੜੀ ਗੁਰੂ ਰਾਮਦਾਸ ਸਾਹਿਬ ਨੇ ਸੀਸ ਨਹੀਂ ਉੱਪਰ ਚੁੱਕਿਆ, ਅੱਖਾਂ ਚੋਂ ਹੰਝੂ ਕਿਰਦੇ ਰਹੇ। ਲੰਬਾ ਕਾਲਾ ਦਾੜਾ ਗੁਰੂ ਰਾਮਦਾਸ ਮਹਾਰਾਜ ਦਾ ਚਿੱਟੇ ਅਥਰੂਆਂ ਨਾਲ ਭਰ ਗਿਆ। ਤੇ ਸਾਧ ਸੰਗਤ, 3.5 ਘੜੀਆਂ ਦਾ ਅਰਥ ਹੈ ਘੱਟੋ ਘੱਟ 2.5 ਘੰਟੇ ਉਸ ਵਕਤ ਸੰਗਤ ਨੂੰ ਮੱਥਾ ਟੇਕਦਿਆਂ ਲੱਗੇ। ਅੱਜ ਵੀ ਕਦੇ ਦਰਬਾਰ ਸਾਹਿਬ ਜਾਇਓ, 2.5-3 ਘੰਟੇ ਅੱਜ ਵੀ ਲੱਗ ਜਾਂਦੇ ਮੱਥਾ ਟੇਕਣ। 2-2 2.5 ਘੰਟੇ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨਾਂ ਨੂੰ ਅੱਜ ਵੀ ਲੱਗਦੇ ਨੇ, ਜਾਇਓ। ਉਸ ਵਕਤ 2.5 ਘੰਟੇ ਕਤਾਰ ਲੱਗੀ, 3.5 ਘੜੀਆਂ ਲੋਕ ਮੱਥਾ ਟੇਕਦੇ ਰਹੇ। ਜਦੋਂ ਸਾਰੀ ਸੰਗਤ ਨੇ ਮੱਥਾ ਟੇਕ ਕੇ ਵਿਰਾਜਮਾਨ ਹੋ ਗਏ, ਉਦੋਂ ਫਿਰ ਗੁਰੂ ਅਮਰਦਾਸ ਮਹਾਰਾਜ ਕੋਲ ਹੋ ਕੇ ਬੋਲੇ, ਗੁਰੂ ਰਾਮਦਾਸ, ਗੁਰੂ ਰਾਮਦਾਸ। ਫਿਰ ਧੰਨ ਗੁਰੂ ਰਾਮਦਾਸ ਸਾਹਿਬ ਨੇ ਸੀਸ ਉੱਪਰ ਚੁੱਕੇ, ਹੰਝੂ ਵਿਰਾਗ ਦੇ ਕਰ ਰਹੇ ਨੇ। ਕਹਿਣਗੇ ਸੰਗਤ ਨੂੰ ਕੋਈ ਉਪਦੇਸ਼ ਦਿਓ, ਗੁਰੂ ਰਾਮਦਾਸ ਕੋਈ ਸੰਗਤ ਨੂੰ ਉਪਦੇਸ਼ ਦਿਓ। ਰੋਂਦਿਆਂ ਕਿਹਾ ਮਹਾਰਾਜ ਮੈਂ ਕੀ ਉਪਦੇਸ਼ ਦੇਵਾਂ? ਕਹਿਣਗੇ ਬਸ ਅੱਜ ਇੰਨਾ ਹੀ ਕਹਿ ਦਿਓ, ਗੁਰੂ ਨਾਨਕ ਦੇ ਤਖਤ ਤੇ ਬਹਿ ਕੇ ਕਿਹੋ ਜਿਹਾ ਮਹਿਸੂਸ ਹੋ ਰਿਹਾ, ਗੁਰੂ ਨਾਨਕ ਦੀ ਗੱਦੀ ਤੇ ਬਹਿ ਕੇ ਕੀ ਮਹਿਸੂਸ ਹੋ ਰਿਹਾ। ਉਦੋਂ ਇੱਕੋ ਗੱਲ ਕਹੀ, ਸੱਚੇ ਪਾਤਸ਼ਾਹ
ਮੈਨੂੰ ਉਹ ਦਿਨ ਬੈਠਿਆਂ ਯਾਦ ਆਏ ਜਿੱਦਣ ਮੈਂ ਯਤੀਮ ਹੋ ਗਿਆ। 7 ਸਾਲ ਦੀ ਉਮਰ ਵਿੱਚ ਪਿਓ ਮਰਨ ਤੋਂ ਬਾਅਦ ਕਿਸੇ ਤਾਈ ਚਾਚੀ ਤਾਏ ਚਾਚਿਆਂ ਨੇ ਬਾਂਹ ਨਹੀਂ ਫੜੀ। ਮੈਨੂੰ ਉਹ ਦਿਨ ਯਾਦ ਆਏ ਜਿੱਦਣ ਪਹਿਲੇ ਦਿਨ ਨਾਨੀ ਨੇ ਛੋਲੇ ਉਬਾਲ ਕੇ ਦਿੱਤੇ, ਘੁੰਗਣੀਆਂ ਛੋਟੇ ਜਿਹੇ ਛਾਬੇ 'ਚ ਪਾ ਕੇ। 7 ਸਾਲ ਦੀ ਉਮਰ, ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਬੱਚਾ ਕਿੱਡਾ ਕੁ ਹੁੰਦਾ 7 ਸਾਲ। ਸਿਰ ਤੇ ਪਹਿਲੇ ਦਿਨ ਛਾਬਾ ਧਰ ਕੇ ਨਾਨੀ ਨੇ ਕਿਹਾ, ਪੁੱਤ ਐਦਾਂ ਘੁੰਗਣੀਆਂ ਵੇਚਣੀਆਂ, ਐਦਾਂ ਕਈ ਗਲੀ ਗਲੀ ਜਾ ਕੇ ਘੁੰਗਣੀਆਂ ਲੈ ਲਓ, ਕੋਈ ਘੁੰਗਣੀਆਂ ਲੈ ਲਓ। ਉਹ ਦਿਨ ਯਾਦ ਆਏ, ਸਾਰਾ ਕੁਝ ਚੇਤੇ ਕਰਕੇ ਰੋ ਕੇ ਵਿਰਾਗ ਵਿੱਚ ਕਿਹਾ, ਦਾਤਿਆ ਅੱਜ ਐਂ ਲੱਗਦਾ ਜਿਵੇਂ ਕਿਸੇ ਕੀੜੇ ਨੂੰ ਚੁੱਕ ਕੇ ਤੂੰ ਪਾਤਸ਼ਾਹ ਬਣਾ ਦਿੱਤਾ ਹੋਵੇ। ਬਸ ਐਦਾਂ ਮਹਿਸੂਸ ਹੁੰਦਾ ਜਿਵੇਂ ਕਿਸੇ ਕੀੜੇ ਨੂੰ ਚੁੱਕ ਕੇ ਪਾਤਸ਼ਾਹ ਥਾਪ ਦਿੱਤਾ ਹੋਵੇ। ਪਹਿਲੇ ਦਿਨ ਇੱਕੋ ਹੀ ਗੱਲ ਗੁਰੂ ਰਾਮਦਾਸ ਸਾਹਿਬ ਨੇ ਕਹੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ, ਸਭ ਵਿਦ ਮੰਨਿਓ ਮਨ ਤਬ ਹੀ ਪਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਔਰ ਸਾਧ ਸੰਗਤ, ਪੂਰੀ ਸ੍ਰਿਸ਼ਟੀ ਦਾ ਠੇਕਾ ਗੁਰੂ ਰਾਮਦਾਸ ਮਹਾਰਾਜ। ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਹੋਈ, ਦੂਰੋਂ ਦੂਰੋਂ ਸੰਗਤ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨਾਂ ਨੂੰ ਆਉਣ ਲੱਗ ਪਏ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਲੋਕ ਜਪਣ ਲੱਗ ਪਏ। ਇੱਕ ਵਕਤ ਆਇਆ, ਮੈਂ ਉਦੋਂ ਦਰਬਾਰ ਸਾਹਿਬ ਤੋਂ ਵੀ ਕਥਾ ਕਹੀ, ਤੁਹਾਡੇ ਮਾਲਵੇ ਤੋਂ ਜਥਾ ਦਰਸ਼ਨ ਕਰਨ ਵਾਸਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨਾਂ ਨੂੰ ਗਿਆ, ਇੱਕ ਬਜ਼ੁਰਗ ਸੰਗਤ ਵਿੱਚ ਗਿਆ ਇੱਥੋਂ ਕਾਕੜੇ ਪਿੰਡ ਤੋਂ ਭਵਾਨੀਗੜ੍ਹ ਦੇ ਨਾਲ, ਉਹ ਵੀ ਮਾਲਵੇ ਦੇ ਜਥੇ ਨਾਲ ਰਲ ਗਿਆ ਭਵਾਨੀਗੜ੍ਹ। ਤੁਰਦਿਆਂ ਤੁਰਦਿਆਂ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਉਸ ਸਰ ਸਰੋਵਰ ਵਿੱਚ ਜਿਹੜੀ ਉਦੋਂ ਛੋਟੀ ਛੱਪੜੀ ਸੀ, ਉਹਦੇ 'ਚ ਇਸ਼ਨਾਨ ਕੀਤਾ ਸੰਗਤ ਨੇ। ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨਾਂ ਲਈ ਕਤਾਰ ਲੱਗ ਗਈ। ਜਦੋਂ ਉਹ ਬਜ਼ੁਰਗ ਕਤਾਰ ਵਿੱਚ ਖੜੇ ਨਾ, 5 ਜਣੇ ਮੋਹਰੇ ਰਹਿ ਗਏ ਨੇ ਮੱਥਾ ਟੇਕਣ ਵਾਲੇ, ਪਿੱਛੇ ਲੰਬੀ ਲਾਈਨ ਨੇ। ਉਹ ਬਜ਼ੁਰਗ ਦੇ ਮਨ 'ਚ ਆਇਆ, ਕਿਹੋ ਜਿਹੇ ਨਜ਼ਰ ਆਉਂਦੇ ਨੇ ਗੁਰੂ ਰਾਮਦਾਸ ਸਾਹਿਬ, ਵੇਖਾਂ ਤਾਂ ਸਹੀ ਗੁਰੂ ਰਾਮਦਾਸ ਕਿੱਦਾਂ ਦਾ ਦਿਸਦਾ ਹੈ। ਐਡੀ ਦੂਰੋਂ ਮੈਂ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰਨ ਆਇਆ, ਵੇਖਾਂ ਤਾਂ ਸਹੀ ਗੁਰੂ ਰਾਮਦਾਸ ਕਿੱਦਾਂ ਦਾ ਦਿਸਦਾ ਹੈ। 5-6 ਬੰਦਿਆਂ ਤੋਂ ਪਿੱਛੋਂ ਹੀ ਉਹਨੇ ਮਾੜਾ ਜਿਹਾ ਸਿਰ ਪਰਾਂ ਨੂੰ ਕੱਢ ਕੇ ਗੁਰੂ ਰਾਮਦਾਸ ਮਹਾਰਾਜ ਵੱਲ ਵੇਖਿਆ। ਦਰਸ਼ਨ ਕਰਕੇ ਮਨ ਭਰ ਗਿਆ। ਫਿਰ ਗੁਰੂ ਰਾਮਦਾਸ ਮਹਾਰਾਜ ਵੱਲ ਵੇਖਿਆ, ਉਹ ਅਜੇ ਵਾਰੀ ਨਹੀਂ ਆਈ ਮੱਥਾ ਟੇਕਣ ਦੀ। ਵਾਰ-ਵਾਰ ਸਿਰ ਬਾਹਰ ਕੱਢ ਕੇ ਗੁਰੂ ਰਾਮਦਾਸ ਸਾਹਿਬ ਵੱਲ ਵੇਖਦਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਇੱਕ ਵਾਰ ਨਜ਼ਰਾਂ ਅੱਖਾਂ ਖੋਲ ਕੇ ਉਹਦੇ ਵੱਲ ਵੇਖਿਆ। ਨਜ਼ਰ ਮਿਲਣ ਦੀ ਦੇਰ ਸੀ, ਉਹ ਬਜ਼ੁਰਗ ਦੇ ਅੰਦਰ ਇੱਕ ਵੱਖਰੀ ਝਨਾਹਟ ਛਿੜ ਗਈ। ਜਦੋਂ ਉਹਨੇ ਆ ਕੇ ਰੋਂਦਿਆਂ ਮੱਥਾ ਟੇਕਿਆ ਨਾ ਵਿਰਾਗ 'ਚ, ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਦੇ ਵੱਲ ਵੇਖ ਕੇ ਬੋਲ ਪਏ, ਕਹਿੰਦੇ ਬਜ਼ੁਰਗਾ ਕਿੱਥੋਂ ਆਇਆ? ਜੀ ਮੈਂ ਮਾਲਵੇ ਤੋਂ ਆਇਆ, ਕਾਕੜੇ ਪਿੰਡੋਂ ਆਇਆ। ਧੰਨ ਗੁਰੂ ਰਾਮਦਾਸ ਮਹਾਰਾਜ ਬੋਲੇ, ਕਹਿੰਦੇ ਤੇਰਾ ਨਾਮ ਕੀ ਹੈ? ਉਹਨਾਂ ਕਹਾ ਮਹਾਰਾਜ ਗਰੀਬਾਂ ਦਾ ਕਾਹਦਾ ਨਾਮ ਹੁੰਦਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਮੁਸਕਰਾ ਪਏ, ਹੱਸ ਕੇ ਪਾਤਸ਼ਾਹ ਬੋਲੇ, ਕਹਿੰਦੇ ਕੁਝ ਮੰਗਣਾ ਹੈ? ਫਿਰ ਕੁਝ ਮੰਗਣਾ ਚਾਹੁੰਦਾ ਹੈ? ਉਹਨਾਂ ਕਹਾ ਨਹੀਂ ਮਹਾਰਾਜ। ਪਾਤਸ਼ਾਹ ਨੇ ਫਿਰ ਕਿਹਾ, ਜੇ ਕੁਝ ਮੰਗਣਾ ਹੈ ਤੇ ਮੰਗ ਲੈ। ਉਹਨਾਂ ਕਹਾ ਮਹਾਰਾਜ ਕੁਝ ਸੋਚਿਆ ਨਹੀਂ ਹੈ। ਕਹਿਣਗੇ ਵੇਖ ਲਾ ਭਾਈ, ਜੇ ਬਜ਼ੁਰਗਾਂ ਕੁਝ ਮੰਗਣਾ ਤੇ ਮੰਗ ਲੈ। ਸਾਰਿਆਂ ਦੇ ਮਨ ਵਿੱਚ ਸੀ ਇੰਨਾ ਬਜ਼ੁਰਗ ਗਰੀਬ ਹੈ, ਇਹ ਮੰਗੇਗਾ ਮਹਾਰਾਜ ਮੇਰੀ ਗਰੀਬੀ ਮਿਟਾ ਦਿਓ, ਇਹ ਮੰਗੇਗਾ ਮੇਰੀ ਗਰੀਬੀ ਮਿਟਾ ਦਿਓ। ਵੱਡੇ ਭਾਗ ਗੁਰੂ ਰਾਮਦਾਸ ਮਹਾਰਾਜ ਆਪ ਪੁੱਛਦੇ ਨੇ, ਬਜ਼ੁਰਗਾਂ ਮੰਗ ਕੁਝ ਮੰਗ ਲੈਣਾ ਸੀ, 10 ਬਜ਼ੁਰਗਾਂ ਕੁਝ ਮੰਗ ਲੈ। ਤੇ ਸਾਧ ਸੰਗਤ ਇੱਕ ਬੇਨਤੀ ਇੱਥੇ ਸਮਝਿਓ, ਦਰਸ਼ਨ ਕਰਨ ਜਾਈਏ ਅੰਦਰ ਭਾਵਨਾ ਪੈਦਾ ਹੋ ਜਾਏ, ਇਹ ਚਿੱਤੇ ਰੱਖਿਓ ਤੁਹਾਨੂੰ ਮੰਗਣਾ ਨਹੀਂ ਪੈਂਦਾ, ਗੁਰੂ ਪੁੱਛਦਾ ਦੱਸ ਕੀ ਚਾਹੀਦਾ। ਤੇ ਜੇ ਦਰਬਾਰ ਸਾਹਿਬ ਜਾਓ, ਸੈਂਕੜੇ ਮੀਲਾਂ ਤੋਂ ਲੋਕ ਹਜ਼ਾਰਾਂ ਮੀਲਾਂ ਤੋਂ ਜਾਂਦੇ ਨੇ, ਉੱਥੇ ਜਾ ਕੇ ਸੈਲਫੀਆਂ ਖਿੱਚ ਖਿੱਚ ਪਾਈ ਜਾਂਦੇ ਨੇ, ਮੈਂ ਦਰਬਾਰ ਸਾਹਿਬ ਪਹੁੰਚ ਗਿਆ। ਆਹ ਲਾਈਵ ਵੇਖੋ, ਮੈਂ ਦਰਬਾਰ ਸਾਹਿਬ ਪਹੁੰਚ ਗਿਆ। ਲੋਕਾਂ ਤੱਕ ਤਾਂ ਫੋਟੋ ਪਹੁੰਚ ਜਾਏਗੀ, ਪਰ ਸੱਜਣੋ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਸ਼ਾਇਦ ਸਾਡੀ ਹਾਜ਼ਰੀ ਨਹੀਂ। ਅਰਦਾਸ ਕਰੀਏ ਸਾਨੂੰ ਦਰਸ਼ਨ ਕਰਨ ਦੀ ਭਾਵਨਾ ਪੈਦਾ ਹੋ ਜਾਏ। ਤਾਈਓ ਫਿਰ ਅਗਲੀ ਪੰਕਤੀ ਬਾਬਾ ਸੱਤਾ ਬਲਵੰਡ ਨੇ ਕਹੀ, ਤੇਰਾ ਅੰਤ ਨਾ ਭਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਓ ਘਰ, ਸੇ ਤਦ ਭਾਰ ਉਤਾਰਿਆ। ਜਿਨੀ ਭਾਵਨਾ ਨਾਲ ਸਿਮਰਿਆ ਤੁਸੀਂ ਭਾਰ ਉਤਾਰਾ ਕਰਤਾ। ਮੈਂ ਅੱਜ ਵੀ ਸੰਗਤ ਵੇਖੀ ਹੈ,
ਜਿਨ੍ਹਾਂ ਦੇ ਅੰਦਰ ਭਾਵਨਾ ਦਰਸ਼ਨੀ ਡਿਓੜੀ ਤੋਂ ਨਜ਼ਰ ਟਿਕਾ ਲੈਂਦੇ ਨੇ ਹਰਿਮੰਦਰ ਸਾਹਿਬ। ਗੁਰੂ ਗੁਰੂ ਜਪਦੇ ਆ, ਬਾਣੀ ਪੜ੍ਹਦੇ ਆ, ਨਿਯਮ ਕਰਦੇ ਆ, ਅੰਦਰ ਤੱਕ ਜਾਂਦੇ ਆ, ਕਈ ਵਾਰ ਵਿਰਾਗ ਵਿੱਚ ਰੋਂਦੇ ਨੇ। ਉਹਨਾਂ ਵੱਲ ਵੇਖ ਕੇ ਮੇਰਾ ਵਿਸ਼ਵਾਸ ਵੱਧਦਾ ਹੈ। ਅੰਦਰੋਂ ਮਨ ਕਹਿੰਦਾ ਸੱਚ ਹੈ। ਜਿਹਦੇ ਅੰਦਰ ਇੰਨੀ ਭਾਵਨਾ ਪੈਦਾ ਹੋ ਜਾਏ ਉਹ ਹਰਿਮੰਦਰ ਸਾਹਿਬ ਅੰਦਰ ਮੱਥਾ ਟੇਕਦਾ। ਗੁਰੂ ਰਾਮਦਾਸ ਪੁੱਛਦੇ ਹੋਣਗੇ ਦੱਸ ਕੀ ਚਾਹੀਦਾ? ਉਹ ਤਾਂ ਤਿਆਰ ਬੈਠੇ ਨੇ ਸਭ ਕੁਝ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਗੁਰੂ ਨੇ ਤਾਂ ਤਲੀ ਤੇ ਸਭ ਕੁਝ ਧਰਿਆ ਹੋਇਆ। ਸਿੱਖਾ ਤੇਰੇ ਮੰਗਣ ਵਿੱਚ ਕਮੀ ਹੈ। ਅੱਜ ਬਜ਼ੁਰਗ ਨੂੰ ਪੁੱਛਿਆ, ਬਜ਼ੁਰਗਾ ਕੁਝ ਮੰਗ ਲੈਣਾ ਸੀ। ਉਹਨੇ ਕਿਹਾ ਜੀ ਸੋਚਿਆ ਨਹੀਂ ਕੁਝ। ਕਹਿੰਦੇ ਚੱਲ ਸੋਚ ਲਾ, ਮੰਗ ਕੀ ਚਾਹੀਦਾ? ਉਹਦੇ ਅੰਦਰ ਇੱਕ ਫੁਰਨਾ ਆ ਗਿਆ। ਲੋਕਾਂ ਦੇ ਮਨ ਸੀ ਸ਼ਾਇਦ ਮੰਗੇਗਾ ਗਰੀਬੀ ਦੂਰ ਕਰ ਦਿਓ। ਉਹਦੇ ਮਨ 'ਚ ਫੁਰਨਾ ਪਤਾ ਕੀ ਆਇਆ? ਕਹਿੰਦਾ ਮਹਾਰਾਜ ਹੁਣੇ ਫੁਰਨਾ ਆਇਆ, ਜਦੋਂ ਤੁਸੀਂ ਕਿਹਾ ਕੁਝ ਮੰਗ ਲਾ ਹੁਣੇ ਫੁਰਨਾ ਆਇਆ। ਮਹਾਰਾਜ ਫਿਰ ਕਿਰਪਾ ਕਰੋ ਮੇਰੇ ਗਰੀਬ ਦੇ ਘਰ ਚਰਨੇ ਪਾ ਦਿਓ। ਮਹਾਰਾਜ ਗਰੀਬ ਦੇ ਘਰ ਚਰਨ ਪਾ ਦਿਓ। ਜਿਹਨੇ ਗੁਰੂ ਰਾਮਦਾਸ ਸਾਹਿਬ ਨੂੰ ਮੰਗ ਲਿਆ ਉਹਨੇ ਸਭ ਕੁਝ ਮੰਗ ਲਿਆ। ਜਦੋਂ ਕਿਹਾ ਜੀ ਮੇਰੇ ਗਰੀਬ ਦੇ ਘਰ ਚਰਨ ਪਾ ਦਿਓ, ਸ੍ਰੀ ਗੁਰੂ ਰਾਮਦਾਸ ਚੁੱਪ ਕਰ ਗਏ। ਸਾਰੀ ਸੰਗਤ ਖਲੋਤੀ ਰਹਿ ਗਈ। ਉਹ ਬਜ਼ੁਰਗ ਉੱਥੇ ਖੜੇ। ਗੁਰੂ ਰਾਮਦਾਸ ਸਾਹਿਬ ਨੇ ਨੇਤਰ ਬੰਦ ਕੀਤੇ, ਚੁੱਪ ਧਾਰ ਲਈ। ਇੱਕ ਘੜੀ ਗੁਰੂ ਰਾਮਦਾਸ ਮਹਾਰਾਜ ਬੋਲੇ ਨਹੀਂ। ਸੁੰਨ ਛਾ ਗਈ ਸੰਗਤ ਵਿੱਚ। 24 ਮਿੰਟ ਧੰਨ ਗੁਰੂ ਰਾਮਦਾਸ ਮਹਾਰਾਜ ਚੁੱਪ ਰਹੇ। ਇੱਕ ਘੜੀ ਤੋਂ ਬਾਅਦ ਫਿਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਅੱਖਾਂ ਖੋਲੀਆਂ। ਫਿਰ ਗੁਰੂ ਰਾਮਦਾਸ ਮਹਾਰਾਜ ਬੋਲੇ। ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਏਕ ਘੜੀ ਤਬ ਤੁਸ਼ਨ ਰਹਿਓ ਸ੍ਰੀ ਗੁਰੂ ਰਾਮਦਾਸ ਤਬ ਕਹਿਓ। ਇੱਕ ਘੜੀ 24 ਮਿੰਟਾਂ ਬਾਅਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬੋਲੇ। ਕਹਿੰਦੇ ਬਜ਼ੁਰਗਾ ਚੱਲ ਫਿਰ ਤੇਰੇ ਘਰ ਚਰਨ ਪਾਵਾਂਗੇ। ਕਹਿੰਦਾ ਮਹਾਰਾਜ ਕਦੋਂ? ਜਦੋਂ ਤੁਸੀਂ ਚਰਨ ਪਾਓਗੇ। ਮਹਾਰਾਜ ਇੱਕ ਦੱਸਿਓ ਕਿੰਨੇ ਕੁ ਸਿੱਖ ਹੋਣਗੇ ਤੁਹਾਡੇ ਨਾਲ? ਸ੍ਰੀ ਗੁਰੂ ਰਾਮਦਾਸ ਮਹਾਰਾਜ ਬੋਲੇ। ਕਹਿੰਦੇ ਵੀ 30-40 ਸਿੱਖ ਤਾਂ ਹੋਣਗੇ ਸਾਡੇ ਨਾਲ। ਪਾਤਸ਼ਾਹ ਨਾਲੇ ਹੱਸ ਪਏ, ਨਾਲੇ ਕਹਿੰਦੇ ਬਜ਼ੁਰਗਾ 30-40 ਸਿੱਖ ਤਾਂ ਹੋਣਗੇ ਸਾਡੇ ਨਾਲ। ਮੋਹਰਿਓਂ ਬਜ਼ੁਰਗ ਬੋਲਿਆ, ਕਹਿੰਦਾ ਮਹਾਰਾਜ ਇੰਨੇ ਬੰਦਿਆਂ ਦਾ ਪ੍ਰਸ਼ਾਦਾ ਨਹੀਂ ਮੇਰੇ ਤੋਂ ਕਰ ਹੋਣਾ। ਮਹਾਰਾਜ ਤੁਸੀਂ ਇਕੱਲੇ ਆ ਗਏ ਮੈਂ ਛਕਾ ਦਾਂਗਾ। ਇੰਨੇ ਬੰਦਿਆਂ ਦਾ ਪ੍ਰਸ਼ਾਦਾ ਨਹੀਂ ਮੇਰੇ ਤੋਂ ਛਕਾਇਆ ਜਾਣਾ। ਮਹਾਰਾਜ ਮੈਂ ਗਰੀਬ ਬੜਾ, ਮੇਰੇ ਘਰ 'ਚ ਗੋਡੇ ਗੋਡੇ ਗਰੀਬੀ ਹੈ, ਮਸਾਂ 2 ਵਕਤ ਪ੍ਰਸ਼ਾਦਾ ਪੱਕਦਾ, ਤੁਹਾਨੂੰ ਛਕਾ ਦਾਂਗਾ, ਪਰ 30-40 ਬੰਦਿਆਂ ਦਾ ਪ੍ਰਸ਼ਾਦਾ ਨਹੀਂ ਬਣਨਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਮੁਸਕਰਾ ਪਏ। ਕਹਿੰਦੇ ਬਜ਼ੁਰਗਾ ਅੱਜ ਤੇਰੇ ਘਰ ਗੋਡੇ ਗੋਡੇ ਗਰੀਬੀ ਹੈ, ਜਦੋਂ ਅਸੀਂ ਚਰਨ ਪਾਉਣੇ ਨੇ ਉਦੋਂ ਤੇਰੇ ਘਰ ਗੋਡੇ ਗੋਡੇ ਗਰੀਬੀ ਨਹੀਂ ਹੋਣੀ, ਉਦੋਂ ਮੋਢੇ ਮੋਢੇ ਅਮੀਰੀ ਹੋਣੀ। ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਕਦੋਂ? ਸ੍ਰੀ ਗੁਰੂ ਰਾਮਦਾਸ ਮਹਾਰਾਜ ਬੋਲੇ। ਕਹਿੰਦੇ ਨਾ ਸਰੀਰ ਵਿੱਚ ਉਦੋਂ ਅਸੀਂ ਹੋਣਾ, ਨਾ ਸਰੀਰ ਵਿੱਚ ਬਜ਼ੁਰਗਾ ਤੂੰ ਹੋਣਾ, ਪਰ ਤੇਰੇ ਪਰਿਵਾਰ ਵਿੱਚ ਮੋਢੇ ਮੋਢੇ ਅਮੀਰੀ ਹੋਏਗੀ। ਤੇਰੇ ਪੁੱਤ ਪੋਤਿਆਂ ਪੜਪੋਤਿਆਂ ਨੂੰ ਲੋਕ ਸ਼ਾਹੂਕਾਰ ਕਹਿਣਗੇ, ਦੁਨੀਆ ਉਹਨਾਂ ਦੀ ਕਰਜ਼ਾਈ ਹੋਇਆ ਕਰੇਗੀ। ਤੇਰੇ ਪੁੱਤ ਪੋਤੇ ਪੜਪੋਤੇ ਹਵੇਲੀਆਂ ਦੇ ਮਾਲਕ ਹੋਣਗੇ। ਉਹਨਾਂ ਦੀ ਤੇਰੇ ਪਿੰਡ ਤੋਂ ਵੱਡੀਆਂ ਰਿਆਸਤਾਂ ਤੱਕ ਰਾਜ ਚੱਲੇਗਾ। ਇੰਨੀਆਂ ਬਖਸ਼ਿਸ਼ਾਂ। ਉਹ ਬਜ਼ੁਰਗ ਧੰਨ ਗੁਰੂ ਰਾਮਦਾਸ ਜਪਦਿਆਂ ਚਲਾ ਗਿਆ। ਉਸ ਦਿਨ ਤੋਂ ਉਹਦੇ ਪਰਿਵਾਰ ਵਿੱਚ ਮਾਲਵੇ ਬਰਕਤ ਪੈਣੀ ਸ਼ੁਰੂ ਹੋ ਗਈ। ਉਹਦੇ ਪੁੱਤ ਪੋਤੇ ਅਮੀਰ ਹੋ ਗਏ, ਸ਼ਾਹੂਕਾਰਾ ਚੱਲ ਪਿਆ, ਲੋਕੀ ਉਤੋਂ ਕਰਜ਼ਾ ਲੈਣ ਲੱਗ ਪਏ। ਉਹਦੇ ਪੁੱਤ ਪੋਤਿਆਂ ਪੜਪੋਤਿਆਂ ਦੇ ਲੋਕ ਕਰਜ਼ਾਈ ਹੋ ਗਏ। ਵਾਕਿਆ ਹੀ ਪਿੰਡ ਤੋਂ ਲੈ ਕੇ ਸਰਹੰਦ ਤੱਕ ਉਹਨਾਂ ਦਾ ਕਰਜ਼ਾ ਚੱਲਣ ਲੱਗ ਪਿਆ। ਲੋਕੀ ਉਹਨਾਂ ਦੇ ਕਰਜ਼ਾਈ ਹੋ ਗਏ। ਔਰ ਸਾਧ ਸੰਗਤ ਵਕਤ ਆਇਆ ਫਿਰ 9ਵੇਂ ਜਾਮੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਪਿੰਡ ਗਏ। 9ਵੇਂ ਜਾਮੇ 'ਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਸ ਘਰ ਗਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ, ਉਸ ਘਰ ਵਿੱਚ 30-40 ਸਿੱਖ ਪਾਤਸ਼ਾਹ ਦੇ ਨਾਲ ਹਜ਼ੂਰ ਘੋੜੇ ਤੇ ਸਵਾਰ ਨੇ। ਜਾ ਕੇ ਪਾਤਸ਼ਾਹ ਨੇ ਡੇਰਾ ਕੀਤਾ, ਪਲੰਘ ਡਾਲ ਦਿੱਤਾ ਵਿਹੜੇ ਵਿੱਚ। ਕੀਰਤਨ ਕਥਾ ਹੋਈ, ਲੰਗਰ ਚੱਲੇ, 3 ਦਿਨ ਮਹਾਰਾਜ ਰਹੇ। ਜਦੋਂ ਪਾਤਸ਼ਾਹ ਉਹਨਾਂ ਦੀ ਹਵੇਲੀ 'ਚੋਂ ਤੁਰਨ ਲੱਗੇ ਨਾ, ਉਹਦੇ ਪੜਪੋਤਿਆਂ ਨੇ ਪੋਤਿਆਂ ਨੇ ਮੱਥੇ ਟੇਕੇ, ਮਹਾਰਾਜ ਸਾਡੇ ਬਜ਼ੁਰਗ ਤਾਂ ਅੱਤ ਦੇ ਗਰੀਬ ਸੀ, ਸਾਡੇ ਦਾਦੇ ਪੜਦਾਦਿਆਂ ਨੂੰ ਗੁਰੂ ਰਾਮਦਾਸ ਸਾਹਿਬ ਨੇ ਅਮੀਰੀ ਬਖਸ਼ੀ, ਇਹ ਸਭ ਕੁਝ ਤੁਹਾਡਾ। ਇੱਕ ਦੁਸ਼ੱਲਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ
ਤੇ ਇੱਕ ਪਰਾਤ ਸੋਨੇ ਦੀਆਂ ਮੋਹਰਾਂ ਦੀ ਭਰ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਂਟ ਕੀਤੀ। ਤੇ ਸਾਧ ਸੰਗਤ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਹੱਥ ਨਾਲ ਪਰਾਤ ਪਰਾਂ ਕਰਕੇ ਕਿਹਾ, ਰਹਿਣ ਦਿਓ ਸ਼ਾਹੂਕਾਰਾ, ਇਹ ਸੋਨੇ ਦੀਆਂ ਮੋਹਰਾਂ ਦੀ ਪਰਾਤ ਨਹੀਂ ਚਾਹੀਦੀ। ਕਹਿੰਦਾ ਮਹਾਰਾਜ ਸਭ ਕੁਝ ਤੁਹਾਡਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਫਿਰ ਇੱਕ ਪਰਾਤ ਨਹੀਂ ਸੋਨੇ ਦੀਆਂ ਮੋਹਰਾਂ ਦੀ ਲੈਣੀ, ਤੇਰੇ ਕੋਲੋਂ ਗੱਡਾ ਭਰ ਕੇ ਮੋਹਰਾਂ ਦਾ ਲੈਣਾ। ਉਹਨੇ ਰੋ ਕੇ ਹੱਥ ਜੋੜ ਕੇ ਚਰਨਾਂ 'ਚ ਮੱਥਾ ਟੇਕ ਕੇ ਕਿਹਾ, ਮਹਾਰਾਜ ਇੱਕ ਦਿਨ ਦਾ ਵਕਤ ਦੇ ਦਿਓ, ਹਵੇਲੀ ਵੇਚ ਦਾਂਗਾ, ਜ਼ਮੀਨ ਜਾਇਦਾਦ ਵੇਚ ਦਾਂਗਾ, ਜਿੱਥੋਂ ਤੱਕ ਮੇਰਾ ਸ਼ਾਹੂਕਾਰਾ ਚੱਲਦਾ ਸਭ ਕੁਝ ਵੇਚ ਦਾਂਗਾ। ਪਾਤਸ਼ਾਹ ਇੱਕ ਗੱਡਾ ਤੁਸੀਂ ਮੰਗਿਆ, ਮੈਂ ਗੱਡਾ ਭਰ ਕੇ ਮੋਹਰਾਂ ਦਾ ਤੁਹਾਨੂੰ ਜ਼ਰੂਰ ਦੇਵਾਂਗਾ, ਮੇਰੇ ਤੇ ਤਰਸ ਕਰੋ, ਇੱਕ ਦਿਨ ਦਾ ਵਕਤ ਦਿਓ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਕੋਈ ਨਹੀਂ ਭਾਈ, ਇੱਕ ਦਿਨ ਦਾ ਵਕਤ ਨਹੀਂ, ਤੇਰੇ ਕੋਲ ਵਕਤ ਬਹੁਤ ਹੈ, ਵਕਤ ਆਏਗਾ ਤੇਰੇ ਕੋਲੋਂ ਗੱਡਾ ਭਰ ਕੇ ਮੋਹਰਾਂ ਦਾ ਲਵਾਂਗੇ। ਜਿੱਦਣ ਸਾਡੇ ਪੋਤਿਆਂ ਦੇ ਸੰਸਕਾਰ ਲਈ ਜਗ੍ਹਾ ਨਹੀਂ ਬਚੇਗੀ, ਉਦਣ ਤੇਰੇ ਕੋਲੋਂ ਗੱਡਾ ਭਰ ਕੇ ਮੋਹਰਾਂ ਦਾ ਲਵਾਂਗੇ। ਉਸੇ ਬਜ਼ੁਰਗ ਦੇ ਪੜਪੋਤੇ ਦੀਵਾਨ ਟੋਡਰ ਮੱਲ ਨੇ ਮੋਹਰਾਂ ਦਾ ਗੱਡਾ ਭਰ ਕੇ ਦਿੱਤਾ ਸਰਾਂ। ਸਾਧ ਸੰਗਤ, ਗੱਡਾ ਭਰ ਕੇ ਮਾਲਵੇ ਤੋਂ ਮੋਹਰਾਂ ਦਾ ਲੈ ਕੇ ਗਿਆ ਹਵੇਲੀ ਵਿੱਚ ਕੇ। ਉਹਨੇ ਉਹ ਮੋਹਰਾਂ ਖੜੀਆਂ ਕਰਕੇ ਅੱਤੇ ਆਣੇ ਦੀ ਜ਼ਮੀਨ ਚੌਧਰੀ ਅੱਤੇ ਤੋਂ ਮੁੱਲ ਖਰੀਦੀ। ਦੋਵਾਂ ਸਾਹਿਬਜ਼ਾਦਿਆਂ ਧੰਨ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ। ਅੱਜ ਉਹ ਜਗ੍ਹਾ ਉੱਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਬਣਿਆ। ਔਰ ਸਾਧ ਸੰਗਤ, ਪੂਰੇ ਵਰਲਡ ਚੋਂ ਸਭ ਤੋਂ ਮਹਿੰਗੀ ਜਗ੍ਹਾ ਹੈ। ਦੇਖੋ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਦਿੱਤੀ ਵਡਿਆਈ ਤੇ ਕਿੱਥੇ ਸੇਵਾ ਲਈ। ਅੱਜ ਤੁਸੀਂ ਪਾਤਸ਼ਾਹ ਦਾ ਪੁਰਬ ਮਨਾ ਰਹੇ ਹੋ, ਬਾਕੀ ਚੀਜ਼ਾਂ ਆਪੇ ਜ਼ਿੰਦਗੀ 'ਚ ਮਿਲਦੀਆਂ ਰਹਿੰਦੀਆਂ ਨੇ। ਸਿੱਖੀ ਜ਼ਰੂਰ ਮੰਗ ਲਿਓ, ਹੇ ਗੁਰੂ ਰਾਮਦਾਸ ਸਾਹਿਬ ਸਾਡੇ ਪਰਿਵਾਰਾਂ 'ਚ ਸਿੱਖੀ ਬਖਸ਼ ਦਿਓ, ਸਾਡੇ ਬੱਚਿਆਂ ਨੂੰ ਸਿੱਖੀ ਬਖਸ਼ ਦਿਓ। ਪਾਤਸ਼ਾਹ ਜਿਹਨੂੰ ਤੁਸੀਂ ਸਿੱਖੀ ਬਖਸ਼ਤੀ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ। ਇੱਕ ਵਾਰ ਆਖੋ ਧੰਨ ਗੁਰੂ ਰਾਮਦਾਸ। ਕੁੱਲ ਦੁਨੀਆ ਕਹਿੰਦੀ ਸੀ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਹਿਣ ਨਾਲ ਦੁੱਖ ਦਲਿੱਦਰ ਕਲ ਕਲੇਸ਼ ਮਨ ਦੇ ਵਿਕਾਰ ਸਭ ਮਿਟ ਜਾਂਦੇ ਨੇ। ਇੱਕ ਵਾਰ ਸਾਰੀ ਸੰਗਤ ਕਹੋ ਆਪਣਾ ਚਿੱਤ ਜੋੜ ਕੇ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮ, ਧੰਨ ਧੰਨ ਰਾਮ। ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ। ਆਖੋ ਸਤਨਾਮ ਸ੍ਰੀ। ਅੱਛਾ, ਮੈਨੂੰ ਟਾਈਮ ਦਾ ਭੁਲੇਖਾ ਪੈ ਗਿਆ ਵੀ ਖਰਿਆ 10:30 ਵਜੇ ਤੱਕ ਕਥਾ ਤਾਂ 10 ਵਜੇ ਖਤਮ ਹੋਣੀ ਸੀ। 10:30 ਵਜੇ ਆਪਾਂ 9 ਤੋਂ 10 ਹੀ ਟਾਈਮ ਲਾਉਣਾ ਸੀ। ਤੁਹਾਡਾ ਬਹੁਤ ਧੰਨਵਾਦ ਹੈ। ਇੱਕ ਵਾਰ ਚਿੱਤ ਜੋੜ ਕੇ ਕਹੋ ਪਿਆਰ ਨਾਲ, ਧੰਨ ਧੰਨ ਰਾਮਦਾਸ ਗੁਰ।